हेलो फ्रेंड्स, मेरे यूट्यूब चैनल लेट्स डू इट ਤੇ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਜੀ। ਈਟੀਟੀ ਦੀ ਫਸਟ ਈਅਰ ਦੀ ਆਪਾਂ ਕੱਲ ਕਲਾਸ ਕੀਤੀ ਸੀ ਜੀ, ਰੂਸੋ ਦਾ ਸਿੱਖਿਆ ਵਿੱਚ ਯੋਗਦਾਨ। ਉਸੇ ਨੂੰ ਕੰਟੀਨਿਊ ਕਰਦੇ ਹੋਏ ਅੱਜ ਦੀ ਸੈਕਿੰਡ ਕਲਾਸ ਹੈ ਜੀ। ਜੇਕਰ ਤੁਸੀਂ ਫਸਟ ਕਲਾਸ ਨਹੀਂ ਵੇਖੀ ਹੈ, ਪਹਿਲਾਂ ਤੁਸੀਂ ਫਸਟ ਕਲਾਸ ਜਾ ਕੇ ਜ਼ਰੂਰ ਵੇਖੋ ਜੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ। ਉਸ ਤੋਂ ਬਾਅਦ ਤੁਸੀਂ ਇਹ ਕਲਾਸ ਸਟਾਰਟ ਕਰ ਲੈਣੀ ਹੈ ਜੀ। ਜਦੋਂ ਹੀ ਫਸਟ ਕਲਾਸ ਖਤਮ ਹੋਏਗੀ, ਉਸ ਦੀ ਨਾਲ ਤੁਹਾਨੂੰ ਸੈਕਿੰਡ ਕਲਾਸ ਦਾ ਲਿੰਕ ਉੱਥੇ ਵਿਖਾਈ ਦੇਵੇਗਾ। ਉਸ ਦੇ ਉੱਤੇ ਕਲਿੱਕ ਕਰੋ। ਕਲਿੱਕ ਕਰਨ ਤੋਂ ਬਾਅਦ ਤੁਸੀਂ ਸੈਕਿੰਡ ਕਲਾਸ ਸਟਾਰਟ ਕਰ ਲੈਣੀ ਹੈ ਜੀ। ਜਿਹੜੀ ਪਿੱਛੇ ਆਪਣੀ ਫਸਟ ਕਲਾਸ ਹੋਈ ਹੈ, ਉਹਦੇ ਵਿੱਚ ਆਪਾਂ ਕੀਤਾ ਸੀ ਕਿ ਰੂਸੋ ਕੌਣ ਸੀ, ਰੂਸੋ ਦਾ ਜੀਵਨ ਕਿਸ ਤਰੀਕੇ ਦੇ ਨਾਲ ਬੀਤਿਆ, ਰੂਸੋ ਦਾ ਜਨਮ ਕਿੱਥੇ ਹੋਇਆ ਸੀ ਅਤੇ ਰੂਸੋ ਦੇ ਮਾਤਾ ਪਿਤਾ ਅਤੇ ਉਸ ਦਾ ਜਿਹੜਾ ਬਚਪਨ ਆ ਉਹ ਕਿਸ ਤਰੀਕੇ ਦੇ ਨਾਲ ਬੀਤਿਆ। ਇਸ ਕਲਾਸ ਦੇ ਵਿੱਚ ਉਸੇ ਨੂੰ ਆਪਾਂ ਕੰਟੀਨਿਊ ਕਰਦੇ ਹੋਏ ਰੂਸੋ ਦੇ ਜੀਵਨ ਦੀ ਕਹਾਣੀ ਨੂੰ ਆਪਾਂ ਸਮਾਪਤ ਕਰ ਲਿਆ ਸੀ ਕਿ ਰੂਸੋ ਇੱਕ ਇਟਲੀ ਸ਼ਹਿਰ ਜਨੇਵਾ ਵਿੱਚ ਜਨਮ ਲੈਣ ਵਾਲਾ ਇੱਕ ਮਨੋਵਿਗਿਆਨੀ, ਇੱਕ ਰਾਜਨੀਤਿਕ ਸ਼ਾਸਤਰ ਅਤੇ ਇੱਕ ਬਹੁਤ ਹੀ ਵੱਡਾ ਪ੍ਰਕਿਰਤੀਵਾਦੀ ਸੀ ਜੀ। ਤੁਹਾਨੂੰ ਇੱਕ ਨੰਬਰ ਦੇ ਵਿੱਚ ਕੁਐਸਚਨ ਇਸ ਤਰੀਕੇ ਦੇ ਨਾਲ ਆ ਸਕਦਾ ਹੈ ਕਿ ਰੂਸੋ ਕੌਣ ਸੀ। ਰੂਸੋ ਇੱਕ ਬਹੁਤ ਹੀ ਵੱਡਾ ਪ੍ਰਕਿਰਤੀਵਾਦੀ ਸੀ। ਇਸ ਚੀਜ਼ ਨੂੰ ਤੁਸੀਂ ਬੜੇ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਉਸ ਨੇ ਸਭ ਤੋਂ ਜ਼ਿਆਦਾ ਮਹੱਤਵ ਬੱਚੇ ਨੂੰ ਦਿੱਤਾ ਹੈ ਕਿ ਬੱਚਾ ਆਪਣੇ ਆਪ ਤੋਂ ਸਿੱਖਣ ਦਾ ਬਹੁਤ ਲਾਲਚਾ ਰੱਖਦਾ ਹੈ ਜੀ। ਤੁਸੀਂ ਉਸ ਨੂੰ ਸਖਤ ਸੁਭਾਅ ਦੇ ਹੇਠ ਰੱਖ ਕੇ ਕਦੇ ਵੀ ਉਸ ਦਾ ਵਿਕਾਸ ਨਹੀਂ ਕਰ ਸਕਦੇ। ਕੱਲ ਰੂਸੋ ਦੇ ਬਾਰੇ ਆਪਾਂ ਪੜ੍ਹਿਆ, ਉਸ ਦਾ ਜੀਵਨ ਕਿਸ ਤਰੀਕੇ ਦੇ ਨਾਲ ਰਿਹਾ, ਉਹ ਕਿੱਥੇ ਉਸ ਦਾ ਜਨਮ ਹੋਇਆ, ਸਵਿਟਜ਼ਰਲੈਂਡ ਦੇ ਰਹਿਣ ਵਾਲਾ ਸੀ। ਜਨਮ ਕਿੱਥੇ ਹੋਇਆ, ਇੱਕ ਬਹੁਤ ਹੀ ਗਰੀਬ ਸੀ ਜੀ। ਉਸ ਨੇ ਆਪਣੇ ਜੀਵਨ ਵਿੱਚ ਬਹੁਤ ਕਠਿਨਾਈਆਂ ਦਾ ਸਾਹਮਣਾ ਕੀਤਾ। ਉਸ ਨੂੰ ਆਪਣੀ 38 ਸਾਲ ਦੀ ਉਮਰ ਵਿੱਚ ਜਾ ਕੇ ਕਿਤੇ ਆਪਣੀ ਇੱਕ ਪੁਸਤਕ ਜਿਹੜੀ ਲਿਖੀ ਸੀ ਉਸ ਦੇ ਨਾਲ ਥੋੜ੍ਹੀ ਬਹੁਤ ਪ੍ਰਸਿੱਧੀ ਮਿਲੀ, ਪਰ ਉਸ ਨੂੰ ਉਸ ਤੋਂ ਬਾਅਦ ਉੱਥੇ ਦੀਆਂ ਸਰਕਾਰਾਂ ਨੇ ਬੜਾ ਵਿਰੋਧ ਕੀਤਾ ਅਤੇ ਉਸ ਨੂੰ ਉਹ ਸ਼ਹਿਰ ਛੱਡਣਾ ਪਿਆ। ਆਪਣੇ ਜਿਹੜੇ ਮਾਤਾ ਪਿਤਾ ਸੀ ਉਸ ਤੋਂ ਵੱਖ ਹੋਣਾ ਪਿਆ। ਉਸ ਦੀ ਮਾਤਾ ਸੀ, ਉਹ ਛੋਟੀ ਉਮਰ ਵਿੱਚ ਉਸ ਨੂੰ ਛੱਡ ਕੇ ਚਲੇ ਗਏ ਸੀ। ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਉਹਨਾਂ ਦੀ ਚਾਚੀ ਜੀ ਨੇ ਉਹਨਾਂ ਨੂੰ ਪਾਲਿਆ। ਉਹ ਪਹਿਲਾਂ ਇੱਕ ਇੰਜੀਨੀਅਰ ਦੇ ਸਹਾਇਕ ਦੇ ਰੂਪ ਵਿੱਚ ਉਹਨਾਂ ਨੇ ਕੰਮ ਕੀਤਾ। ਇਸ ਤੋਂ ਇਲਾਵਾ ਇੱਕ ਸ਼ਿਲਪਕਾਰ ਦੇ ਕੋਲ ਗਏ। ਇਸ ਤੋਂ ਇਲਾਵਾ ਉਹਨਾਂ ਨੇ ਵੱਖ-ਵੱਖ ਥਾਵਾਂ 'ਤੇ ਕੰਮ ਕੀਤਾ। ਉਹਨਾਂ ਨੂੰ ਇੱਕ ਛੋਟੀ ਉਮਰ ਦੇ ਵਿੱਚ ਜੇਲ੍ਹ ਜਾਣਾ ਪਿਆ ਝੂਠੇ ਕੇਸ ਦੇ ਵਿੱਚ। ਤਾਂ ਇਹ ਸਭ ਕੁਝ ਆਪਾਂ ਕੱਲ੍ਹ ਕਰ ਚੁੱਕੇ ਹਾਂ ਜੀ। ਇਸ ਤੋਂ ਇਲਾਵਾ ਉਹਨਾਂ ਦੀਆਂ ਵੱਖ-ਵੱਖ ਬੁੱਕਸ ਆਪਾਂ ਵੇਖੀਆਂ ਸਨ ਕਿ ਕਿਹੜੀ ਬੁੱਕ ਉਹਨਾਂ ਨੇ ਕਿਸ ਆਧਾਰ 'ਤੇ ਲਿਖੀ ਹੈ ਜੀ। ਪ੍ਰਕਿਰਤੀ ਦੇ ਲਈ ਉਹਨਾਂ ਨੇ ਬੁੱਕ ਲਿਖੀਆਂ ਸਨ। ਇਸ ਤੋਂ ਇਲਾਵਾ ਉਹਨਾਂ ਦੀ ਇੱਕ ਪ੍ਰਸਿੱਧ ਬੁੱਕ ਹੈ ਜੀ, ਜਿਸ ਦੇ ਬਾਰੇ ਆਪਾਂ ਗੱਲ ਵੀ ਕੀਤੀ ਹੈ। ਤੁਹਾਡਾ ਚੈਪਟਰ ਜਿਹੜਾ ਹੈ ਇਹ ਲਗਭਗ ਇਸੇ ਉੱਤੇ ਬੇਸਡ ਹੈ ਜੀ, ਇਮਾਈਲ। ਇਸ ਬੁੱਕ ਦੇ ਵਿੱਚ ਉਹਨਾਂ ਨੇ ਇੱਕ ਕਾਲਪਨਿਕ ਬੱਚੇ ਦੀ ਕਹਾਣੀ ਦੱਸੀ ਹੈ ਜੀ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਇੱਕ ਬੱਚਾ ਹੈ ਜੀ, ਉਹ ਕਿਸ ਤਰੀਕੇ ਦੇ ਨਾਲ ਪ੍ਰਕਿਰਤੀ ਦੇ ਵਿੱਚ ਰਹਿ ਕੇ ਬਿਨਾਂ ਵਰਗ ਭੇਦ ਤੋਂ, ਊਚ ਨੀਚ ਤੋਂ, ਗਰੀਬਾਂ ਦੇ ਜਿਹੜਾ ਉਹਨਾਂ ਦੇ ਸ਼ੋਸ਼ਣ ਹੋ ਰਿਹਾ ਉਸ ਤੋਂ ਹਟ ਕੇ ਕਿਸ ਤਰੀਕੇ ਦੇ ਨਾਲ ਆਪਣਾ ਵਿਕਾਸ ਕਰ ਸਕਦਾ ਹੈ। ਕਿਉਂਕਿ ਇਹਨਾਂ ਨੇ ਪ੍ਰਕਿਰਤੀ ਨੂੰ ਸਭ ਤੋਂ ਵੱਡਾ ਅਧਿਆਪਕ ਮੰਨਿਆ ਸੀ ਕਿ ਤੁਸੀਂ ਜਿਹੜਾ ਅਧਿਆਪਕ ਆਪਣੇ ਵਿਚਾਰ ਰੱਖਦਾ ਹੈ ਉਹ ਕਦੇ ਵੀ ਬੱਚੇ ਉੱਤੇ ਉਸਨੇ ਲਾਗੂ ਨਹੀਂ ਕਰਨੇ। ਉਸ ਨੂੰ ਉਸ ਤਰੀਕੇ ਦੇ ਨਾਲ ਪੜ੍ਹਾਉਣ ਦੀ ਕੋਸ਼ਿਸ਼ ਕਰਨੀ ਹੈ। ਉਸ ਨੂੰ ਖੁੱਲ੍ਹਾ ਡੁੱਲਾ ਵਾਤਾਵਰਣ ਦੇਣਾ ਹੈ ਤਾਂ ਜੋ ਉਹ ਆਪਣਾ ਵਿਕਾਸ ਕਰ ਸਕੇ। ਸਿੱਖਿਆ ਵਿੱਚ ਮਾਨਵੀ ਅਤੇ ਮਨੋਵਿਗਿਆਨਿਕ ਤੱਥਾਂ ਨੇ ਉਸ ਨੇ ਬੜੇ ਹੀ ਧਿਆਨ ਅਤੇ ਤਰੀਕੇ ਨਾਲ ਪੇਸ਼ ਕੀਤਾ। ਇਹਦੇ ਵਿੱਚ ਉਹਨਾਂ ਨੇ ਇੱਕ ਅਮਿਲ ਨਾਂ ਦਾ ਜਿਹੜਾ ਬੱਚਾ ਹੈ ਉਸ ਦੀ ਅਤੇ ਇੱਕ ਉਸ ਦੀ ਪਤਨੀ ਸੋਫੀ ਦੀ ਕਹਾਣੀ ਇਸ ਵਿੱਚ ਦੱਸੀ ਹੈ ਜੀ। ਉਹਨਾਂ ਨੇ ਲੜਕੇ ਅਤੇ ਲੜਕੀਆਂ ਦੀ ਜਿਹੜੀ ਸਿੱਖਿਆ, ਇਸਤਰੀ ਸਿੱਖਿਆ ਅਤੇ ਬਾਲਗ ਸਿੱਖਿਆ ਉੱਤੇ ਜ਼ੋਰ ਦਿੱਤਾ। ਸਟੇਜ ਅਲੱਗ-ਅਲੱਗ ਬਤਾਈਆਂ ਕਿ ਕਿਸ ਤਰੀਕੇ ਦੀਆਂ ਸਟੇਜ ਹੁੰਦੀਆਂ ਨੇ, ਜੀਵਨ ਕਿਸ ਪੜਾਅ ਦੇ ਵਿੱਚੋਂ ਲੰਘਦਾ ਹੈ, ਖੁੱਲ੍ਹੇ ਵਾਤਾਵਰਨ ਅਤੇ ਪ੍ਰਕਿਰਤੀ ਦੀ ਗੋਦ ਵਿੱਚ ਸਿੱਖਿਆ ਲੈਣ ਵਾਲਾ ਬੱਚਾ ਕਿਸ ਤਰੀਕੇ ਦੇ ਨਾਲ ਵਿਕਾਸ ਕਰਦਾ ਹੈ। ਰੂਸੋ ਨੇ ਅਮੀਲ ਸਿੱਖਿਆ ਵਿੱਚ ਇਹ ਦ੍ਰਿਸ਼ਟੀਕੋਣ ਅਪਣਾਇਆ ਕਿ ਸਾਨੂੰ ਹਰ ਚੀਜ਼ ਜਿਹੜੀ ਸਿੱਖਣੀ ਚਾਹੀਦੀ ਹੈ ਉਹ ਕੁਦਰਤ ਤੋਂ ਸਿੱਖਣੀ ਚਾਹੀਦੀ ਹੈ। ਕਿਉਂਕਿ ਅਮੀਲ ਨੂੰ ਗੰਦੇ ਵਾਤਾਵਰਣ ਅਤੇ ਸਕੂਲੀ ਸਿੱਖਿਆ ਦੇ ਕਾਰਨ ਆਪਣੀ ਪ੍ਰਕਿਰਤੀ ਦੇ ਗੰਦੇ ਵਾਤਾਵਰਣ ਤੋਂ ਦੂਰ ਕੀਤਾ ਜੀ। ਉਹ ਅਮੀਲ ਨੂੰ ਗੰਦੇ ਵਾਤਾਵਰਣ ਅਤੇ ਸਕੂਲੀ ਸਿੱਖਿਆ ਤੋਂ ਦੂਰ ਕਰਕੇ ਪ੍ਰਕਿਰਤੀ ਦੇ ਨਾਲ ਜੋੜ ਕੇ ਪ੍ਰਕਿਰਤੀ ਦੀ ਗੋਦ ਵਿੱਚ ਸਿੱਖਿਆ ਦੇਣ ਦੇ ਉੱਤੇ ਜ਼ੋਰ ਦਿੰਦੇ ਸਨ। ਤਾਂ ਇਹ ਅਮਾਈਲ ਜਿਹੜੀ ਬੁੱਕ ਹੈ ਜੀ, ਇਹ ਬਹੁਤ ਹੀ ਫੇਮਸ ਬੁੱਕ ਹੈ। ਇਸ ਤੋਂ ਇਲਾਵਾ ਉਹਨਾਂ ਦੀ ਦ ਪ੍ਰੋਗਰੈਸ ਆਫ ਆਰਟ ਐਂਡ ਸਾਇੰਸ, ਦ ਓਰੀਜਨ ਆਫ ਦ ਇਨਇਕੁਅਲਿਟੀ ਅਮੰਗ ਦ ਮੈਨ, ਸੋਸ਼ਲ ਕੰਟਰੈਕਟ, ਅਮਾਈਲ ਅਤੇ ਕਨਫਿਊਸ਼ਨ, ਇਹ ਆਪਾਂ ਬੁੱਕਸ ਕੱਲ੍ਹ ਵੇਖੀਆਂ ਸਨ ਜੀ। ਤਾਂ ਇਸ ਤੋਂ ਬਾਅਦ ਆਪਾਂ ਵੇਖਿਆ ਸੀ ਕਿ ਉਹਨਾਂ ਦੀ ਨਵੀਨ ਜਿਹੜੀ ਸਿੱਖਿਆ ਨੀਤੀ ਹੈ ਉਸ ਦੇ ਵਿੱਚ ਉਹਨਾਂ ਦਾ ਕੀ ਯੋਗਦਾਨ ਹੈ। ਰੂਸੋ ਦਾ ਪ੍ਰਕਿਰਤੀਵਾਦ ਦਾ ਸਿਧਾਂਤ ਕੀ ਹੈ। ਉਹਨਾਂ ਨੇ ਸਭ ਤੋਂ ਵੱਡਾ ਕਿਸ ਨੂੰ ਮੰਨਿਆ ਹੈ ਜੀ ਕਿ ਰਚਨਹਾਰੇ ਨੂੰ ਮੰਨਿਆ ਹੈ ਕਿ ਰਚਨਹਾਰੇ ਨੇ ਇਹ ਪ੍ਰਕਿਰਤੀ ਹੈ ਜਿਹੜੀ ਬੜੀ ਹੀ ਸੋਹਣੀ ਬਣਾਈ ਹੈ, ਪਰ ਮਨੁੱਖ ਨੇ ਇਸ ਵਿੱਚ ਆਪਣੀ ਲਾਲਚ ਦੇ ਲਈ, ਆਪਣੇ ਝੂਠੇ ਅਤੇ ਆਪਣੀ ਬੇਈਮਾਨੀ ਦੇ ਕਾਰਨ ਇਸ ਨੂੰ ਪਤਨ ਵੱਲ ਲੈ ਗਿਆ ਜੀ।
ਤੇ ਇਹ ਰੂਸੋ ਦਾ ਪ੍ਰਕਿਰਤੀਵਾਦੀ ਸਿਧਾਂਤ ਸੀ। ਬੱਚੇ ਨੂੰ ਛੋਟਾ ਬਾਲਕ ਨਾ ਸਮਝ ਕੇ ਉਸ ਨੂੰ ਇੱਕ ਅਧਿਆਪਕ ਨੂੰ ਇਸ ਤਰੀਕੇ ਦੇ ਨਾਲ ਸਮਝਣਾ ਚਾਹੀਦਾ ਹੈ ਕਿ ਉਹ ਕੁਝ ਵੀ ਚੀਜ਼ ਸਮਝ ਸਕਦਾ ਹੈ ਜੇਕਰ ਉਸ ਨੂੰ ਸਹੀ ਤਰੀਕੇ ਦੇ ਨਾਲ ਟੈਕਨੀਕਸ ਦੇ ਨਾਲ ਪੜ੍ਹਾਇਆ ਜਾਵੇ ਜੀ। ਤਾਂ ਵੀਡੀਓ ਲੰਬਾ ਜ਼ਰੂਰ ਹੋ ਸਕਦਾ ਹੈ ਜੀ। ਜਿਹੜਾ ਪਹਿਲਾ ਵੀਡੀਓ ਹੈ ਉਹ ਵੀ ਲਗਭਗ 24-25 ਮਿੰਟਾਂ ਦਾ ਹੈ ਜੀ, ਪਰ ਤੁਸੀਂ ਜੇਕਰ ਵੀਡੀਓ ਨੂੰ ਪੂਰਾ ਵੇਖਦੇ ਹੋ ਇਸ ਦੇ ਨਾਲ ਤੁਹਾਡਾ ਰੂਸੋ ਦੇ ਬਾਰੇ ਜੋ ਵੀ ਕਨਸੈਪਟ ਹੈ ਜੀ ਉਹ ਪੂਰਾ ਕਲੀਅਰ ਹੋ ਜਾਏਗਾ। ਜੇਕਰ ਤੁਸੀਂ ਚੈਨਲ ਨੂੰ ਹਾਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਨੂੰ ਦਬਾ ਦਿਓ, ਜਿਹੜੀ ਵੀ ਵੀਡੀਓਜ਼ ਅਪਲੋਡ ਕੀਤੀਆਂ ਜਾਣ ਤਾਂ ਕਿ ਉਹਨਾਂ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਜੀ। ਇਸ ਤੋਂ ਇਲਾਵਾ ਸੈਕਿੰਡ ਈਅਰ ਦੀ ਜਿਹੜੀ ਕਲਾਸਿਸ ਹੈ ਉਹ ਵੀ ਚੱਲ ਰਹੀ ਨੇ। ਇਸ ਤੋਂ ਇਲਾਵਾ ਤੁਸੀਂ ਤੁਹਾਡਾ ਪੇਪਰ ਕਿਸ ਤਰੀਕੇ ਦੇ ਨਾਲ ਆਵੇਗਾ, ਫਸਟ ਈਅਰ ਅਤੇ ਸੈਕਿੰਡ ਈਅਰ ਦਾ ਕਿ ਪੇਪਰ ਸਟਰਕਚਰ ਕਿਸ ਤਰੀਕੇ ਦਾ ਰਹੇਗਾ, ਉਹ ਦੋਨੋਂ ਕਲਾਸਾਂ ਵੀ ਬਣਾਈਆਂ ਹੋਈਆਂ ਨੇ। ਜੇਕਰ ਤੁਸੀਂ ਫਸਟ ਈਅਰ ਦੇ ਸਟੂਡੈਂਟ ਹੋ ਤਾਂ ਉਹ ਕਲਾਸ ਜ਼ਰੂਰ ਵੇਖਣੀ ਹੈ ਜੀ, ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਹਾਊ ਦਾ ਸਟਰਕਚਰ ਆਫ ਪੇਪਰ ਦਾ ਸਟਰਕਚਰ ਕਿਸ ਤਰੀਕੇ ਦੇ ਰਹੇਗਾ ਜੀ। ਸਬਜੈਕਟ ਵਾਈਜ਼ ਉਸ ਦੇ ਵਿੱਚ ਦੱਸਿਆ ਗਿਆ ਹੈ ਕਿੰਨੇ ਨੰਬਰ ਦੇ ਕਿੰਨੇ ਕੁਐਸਚਨ ਆਉਣਗੇ, ਟਾਈਮ ਕਿੰਨਾ ਹੋਏਗਾ ਜੀ, ਤੁਹਾਡਾ ਪੇਪਰ ਕੋਡ ਕੀ ਹੁੰਦਾ, ਇਹ ਸਭ ਕੁਝ ਦੱਸਿਆ ਗਿਆ ਹੈ। ਇਸ ਦਾ ਜਿਹੜਾ ਵੀਡੀਓ ਦਾ ਲਿੰਕ ਹੈ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੋਏਗਾ ਜੀ। ਤਾਂ ਅੱਜ ਦੀ ਕਲਾਸ ਸਟਾਰਟ ਕਰਦੇ ਹਾਂ, ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਤਾਂ ਜਿਹੜੀ ਅੱਜ ਦੀ ਕਲਾਸ ਹੈ ਜੀ ਉਹਦੇ ਵਿੱਚ ਆਪਾਂ ਪੜ੍ਹਦੇ ਹਾਂ ਸਿੱਖਿਆ ਦਾ ਸੰਕਲਪ। ਰੂਸੋ ਨੇ ਸਿੱਖਿਆ ਦਾ ਸੰਕਲਪ ਕੀ ਦਿੱਤਾ ਹੈ ਜੀ। ਰੂਸੋ ਨੇ ਮੰਨਿਆ ਹੈ ਕਿ ਸਿੱਖਿਆ ਇੱਕ ਅਨੋਖਾ, ਆਧੁਨਿਕ ਤੇ ਮਨੋਵਿਗਿਆਨਿਕ ਉੱਤੇ ਆਧਾਰਿਤ ਇੱਕ ਸੰਕਲਪ ਹੈ ਜੀ। ਉਹਨਾਂ ਨੇ ਇਸ ਦੀ ਪੇਸ਼ਕਸ਼ ਆਪਣੀ ਨਵੀਨ ਸਿੱਖਿਆ ਪ੍ਰਣਾਲੀ ਦੇ ਵਿੱਚ ਵੀ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਸਿੱਖਿਆ ਹੈ ਉਹ ਸਾਡੇ ਸਰੀਰ ਦੇ ਅੰਦਰੂਨੀ ਵਿਕਾਸ ਦੀ ਸਿੱਖਿਆ ਹੈ, ਪ੍ਰਕਿਰਤੀ ਦੁਆਰਾ ਹੋ ਸਕਦੀ ਹੈ ਜੀ। ਜੇਕਰ ਤੁਸੀਂ ਆਪਣੇ ਆਲੇ ਦੁਆਲੇ ਤੋਂ ਆਪਣੇ ਸਰੀਰਕ ਕਿਰਿਆਵਾਂ ਦੁਆਰਾ ਜਿਹੜੀ ਵੀ ਕਿਰਿਆ ਕਰਕੇ ਸਿੱਖਦੇ ਹੋ ਉਹ ਸਿੱਖਿਆ ਦੇ ਵਿੱਚ ਤੁਹਾਨੂੰ ਸ਼ਾਮਿਲ ਕਰਨਾ ਹੈ ਜੀ। ਰੂਸੋ ਨੇ 3 ਤਰੀਕੇ ਦੀਆਂ ਸਿੱਖਿਆਵਾਂ ਉੱਤੇ ਜ਼ੋਰ ਦਿੱਤਾ ਹੈ ਜੀ। ਉਹਨਾਂ ਨੇ 3 ਤਰੀਕੇ ਦੀ ਸਿੱਖਿਆ ਦਾ ਕਨਸੈਪਟ ਦਿੱਤਾ ਹੈ। ਪ੍ਰਕਿਰਤੀ ਦੁਆਰਾ ਸਿੱਖਿਆ, ਮਨੁੱਖ ਦੁਆਰਾ ਸਿੱਖਿਆ ਜਿਸ ਨੂੰ ਸਮਾਜਿਕ ਸਿੱਖਿਆ ਵੀ ਕਿਹਾ ਜਾਂਦਾ ਹੈ, ਅਤੇ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਵਸਤੂ ਦੁਆਰਾ ਸਿੱਖਿਆ। ਮੈਂ ਤੁਹਾਨੂੰ ਥੋੜ੍ਹਾ ਜਿਹਾ ਇੱਥੇ ਓਵਰਵਿਊ ਦੇ ਦਿੰਦਾ ਜੀ। ਉਹਨਾਂ ਨੇ 3 ਸਿੱਖਿਆਵਾਂ ਦੀ ਗੱਲ ਕੀਤੀ ਹੈ, ਪ੍ਰਕਿਰਤੀ ਦੁਆਰਾ ਸਿੱਖਿਆ, ਮਨੁੱਖ ਦੁਆਰਾ ਸਿੱਖਿਆ ਅਤੇ ਵਸਤੂਆਂ ਦੁਆਰਾ ਸਿੱਖਿਆ। ਪ੍ਰਕਿਰਤੀ ਦੁਆਰਾ ਸਿੱਖਿਆ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਸਾਡੀ ਮੂਲਭੂਤ ਕਿਰਿਆਵਾਂ ਨੇ, ਮੂਲਭੂਤ ਕਿਰਿਆਵਾਂ ਤੋਂ ਇੱਥੇ ਮਤਲਬ ਹੈ ਕਿ ਜੀ ਕੋਈ ਬੱਚਾ ਸ਼ੁਰੂ ਦੇ ਵਿੱਚ ਜਦੋਂ ਉਸ ਦਾ ਜਨਮ ਹੁੰਦਾ ਹੈ ਉਹ ਚੱਲਣਾ ਸਿੱਖਦਾ ਹੈ ਜੀ, ਸਿੱਧਾ ਦੌੜਨ ਨਹੀਂ ਲੱਗ ਜਾਂਦਾ। ਤਾਂ ਮੂਲਭੂਤ ਪ੍ਰਕਿਰਿਆਵਾਂ ਆਪਣੀ ਕੀ ਹੈ ਜੀ, ਕਿਸੇ ਚੀਜ਼ ਨੂੰ ਤੁਸੀਂ ਆਪਣੀ ਜਿਹੜੀ ਗਿਆਨ ਇੰਦਰੀਆਂ ਹੈ ਉਸ ਦੇ ਨਾਲ ਤੁਸੀਂ ਚੱਖ ਕੇ, ਕਿਸੇ ਚੀਜ਼ ਨੂੰ ਤੁਸੀਂ ਮਿੱਠਾ, ਕੌੜਾ, ਚੰਗਾ, ਮਾੜਾ ਦੱਸ ਸਕਦੇ ਹੋ ਜੀ। ਵੇਖ ਕੇ ਤੁਸੀਂ ਕਿਸੇ ਚੀਜ਼ ਨੂੰ ਸੁਣ ਕੇ, ਜਿਹੜੀ ਗਿਆਨ ਇੰਦਰੀਆਂ ਨੇ ਕਿਸੇ ਚੀਜ਼ ਨੂੰ ਛੂਹ ਕੇ, ਜਿਹੜੀ ਗਿਆਨ ਇੰਦਰੀਆਂ ਤੋਂ ਤੁਸੀਂ ਸਿੱਖਿਆ ਪ੍ਰਾਪਤ ਕਰਦੇ ਹੋ ਉਹ ਸਭ ਕੁਝ ਪ੍ਰਕਿਰਤੀ ਦੁਆਰਾ ਸਿੱਖਿਆ ਮੰਨਿਆ ਜਾਂਦਾ ਜੀ। ਮਨੁੱਖ ਦੁਆਰਾ ਸਿੱਖਿਆ ਹੁੰਦੀ ਹੈ ਜੀ ਸਮਾਜ ਵਿੱਚ ਜਦੋਂ ਤੁਸੀਂ ਵਿਚਰਦੇ ਹੋ, ਤੁਹਾਡੇ ਨਾਲ ਹਰ ਤਰ੍ਹਾਂ ਦੇ ਵਿਅਕਤੀ ਦਾ ਮੇਲ ਮਿਲਾਪ ਹੁੰਦਾ ਹੈ ਜੀ। ਤੁਹਾਡੇ ਆਸ ਪੜੋਸ, ਤੁਹਾਡੇ ਸਾਥੀ, ਤੁਹਾਡੇ ਸਕੂਲ ਦਾ ਵਾਤਾਵਰਣ, ਇਸ ਤੋਂ ਇਲਾਵਾ ਤੁਹਾਡੇ ਅਧਿਆਪਕ, ਇਸ ਤੋਂ ਇਲਾਵਾ ਤੁਹਾਡੇ ਮਿੱਤਰ, ਤੁਹਾਡੇ ਜਿਹੜੇ ਗੁਆਂਢੀ, ਉਹ ਸਭ ਕੁਝ ਮਨੁੱਖ ਦੁਆਰਾ ਸਿੱਖਿਆ ਹੁੰਦੀ ਹੈ ਜੀ। ਸਮਾਜਿਕ ਸੰਬੰਧ ਤੁਹਾਡੇ ਕਿਸ ਤਰੀਕੇ ਦੇ ਨਾਲ ਨੇ, ਤੁਹਾਡਾ ਦੂਜਿਆਂ ਬੱਚਿਆਂ ਦੇ ਨਾਲ ਕਿਸ ਤਰੀਕੇ ਦਾ ਵਿਵਹਾਰ ਹੈ, ਉਸ ਤੋਂ ਜਿਹੜੀ ਵੀ ਤੁਹਾਨੂੰ ਸਿੱਖਿਆ ਮਿਲਦੀ ਹੈ ਉਹ ਮਨੁੱਖ ਦੁਆਰਾ ਸਿੱਖਿਆ ਹੁੰਦੀ ਹੈ ਜੀ। ਵਸਤੂਆਂ ਦੁਆਰਾ ਸਿੱਖਿਆ ਉਹ ਸਿੱਖਿਆ ਹੁੰਦੀ ਹੈ ਜਿਸ ਦੇ ਵਿੱਚ ਤੁਸੀਂ ਕਿਸੇ ਵਸਤੂ ਨੂੰ ਇੱਕ ਵਾਰ ਕੀਤਾ, ਯਾਨੀ ਪ੍ਰੈਕਟੀਕਲ ਜਿਹੜੀ ਸਿੱਖਿਆ ਹੈ ਉਹ ਵਸਤੂ ਦੁਆਰਾ ਸਿੱਖਿਆ ਮੰਨੀ ਜਾਂਦੀ ਹੈ। ਇਸ ਤੋਂ ਬਾਅਦ ਰੂਸੋ ਨੇ ਕਿਹਾ ਕਿ ਜਿਹੜੀ ਵੀ ਸਾਨੂੰ ਸਿੱਖਿਆ ਹੈ ਉਹ ਕੀ ਮਿਲਦੀ ਹੈ ਜੀ, ਸਾਡੇ ਅੰਦਰ ਹੀ ਹੁੰਦੀ ਹੈ। ਹਰ ਵਿਅਕਤੀ ਦੇ ਬੱਚੇ ਦੇ ਅੰਦਰ ਇੱਕ ਸਿੱਖਿਆ ਦਾ ਜਿਹੜਾ ਭੰਡਾਰ ਹੈ ਉਹ ਅੰਦਰ ਹੀ ਹੁੰਦਾ ਹੈ, ਪਰ ਉਸ ਨੂੰ ਕਿਤੇ ਨਾ ਕਿਤੇ ਬਾਹਰ ਕੱਢਣ ਦੇ ਲਈ ਇੱਕ ਅਧਿਆਪਕ ਦੀ ਜ਼ਰੂਰਤ ਪੈਂਦੀ ਹੈ, ਇੱਕ ਫੈਸੀਲੇਟਰ ਦੀ ਜ਼ਰੂਰਤ ਪੈਂਦੀ ਹੈ ਜੀ। ਸਮਾਜਿਕ ਤੇ ਜਿਹੜਾ ਆਪਣਾ ਆਲਾ ਦੁਆਲਾ ਵਾਤਾਵਰਣ ਹੈ, ਜਿਹੜੀ ਭੌਤਿਕ ਵਾਤਾਵਰਣ ਹੈ, ਇਸ ਦੇ ਆਧਾਰਿਤ ਜਿਹੜੀ ਵੀ ਸਿੱਖਿਆ ਹੈ ਉਹ ਸਿੱਖਿਆ ਸਾਨੂੰ ਪ੍ਰਕਿਰਤੀ, ਮਨੁੱਖ ਤੇ ਵਸਤੂਆਂ ਤੋਂ ਮਿਲਦੀ ਹੈ। ਜੇਕਰ ਇਹਨਾਂ ਤਿੰਨਾਂ ਦਾ ਕਿਸ ਦਾ ਜੀ, ਪ੍ਰਕਿਰਤੀ ਦੁਆਰਾ ਸਿੱਖਿਆ, ਮਨੁੱਖ ਦੁਆਰਾ ਸਿੱਖਿਆ ਅਤੇ ਵਸਤੂ ਦੁਆਰਾ ਸਿੱਖਿਆ ਨੂੰ ਮਿਲਾ ਲਿਆ ਜਾਵੇ ਤਾਂ ਜੋ ਵੀ ਸਿੱਖਿਆ ਸਾਨੂੰ ਮਿਲੇਗੀ ਉਸ ਦੇ ਨਾਲ ਮਿਲਾ ਕੇ ਜਿਹੜੀ ਦਿੱਤੀ ਗਈ ਸਿੱਖਿਆ ਉਹ ਉੱਤਮ ਸਿੱਖਿਆ ਮੰਨੀ ਜਾਏਗੀ। ਰੂਸੋ ਮੰਨਦੇ ਹਨ ਕਿ ਰੂਸੋ ਦੀ ਚੋਣ ਹੈ ਕਿ ਮਨੁੱਖ ਇਸ ਲਈ ਉਹ ਪ੍ਰਕਿਰਤੀ ਦੇ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਉਸ ਨੂੰ ਇੱਕ ਚੰਗੀ ਸਿੱਖਿਆ ਦਿੱਤੀ ਜਾ ਸਕੇ। ਰੂਸੋ ਦੀ ਧਾਰਨਾ ਸੀ ਕਿ ਪ੍ਰਕਿਰਤੀਵਾਦੀ ਉਹ ਵਿਅਕਤੀ ਹੀ ਬਣ ਸਕਦਾ ਹੈ, ਪ੍ਰਕਿਰਤੀਵਾਦੀ ਉਹ ਹੀ ਚੀਜ਼ਾਂ ਸੋਚ ਸਕਦਾ ਹੈ ਜਿਹੜਾ ਕਿਤੇ ਨਾ ਕਿਤੇ ਇਸ ਪ੍ਰਕਿਰਤੀ ਦੇ ਨਾਲ ਜੁੜਿਆ ਹੋਵੇ। ਹਰ ਵਿਅਕਤੀ ਦੇ ਅੰਦਰ ਸੁਭਾਵਿਕ ਵਿਕਾਸ ਕਰਨ ਦੀ ਪ੍ਰਵਿਰਤੀ ਹੁੰਦੀ ਹੈ ਜੀ। ਕੋਈ ਵਿਅਕਤੀ ਨਹੀਂ ਚਾਹੁੰਦਾ ਕਿ ਮੈਂ ਸਮਾਜ ਦੇ ਵਿੱਚ ਪਿੱਛੇ ਰਹਾਂ। ਜਿਸ ਤਰੀਕੇ ਦੇ ਨਾਲ ਪਲਟੋ ਜਿਹੜੇ ਕਿ ਬਹੁਤ ਹੀ ਪੁਰਾਣੇ ਮਨੋਵਿਗਿਆਨਿਕ ਹਨ, ਉਹਨਾਂ ਨੇ ਮੰਨਿਆ ਹੈ ਕਿ ਜੀ ਬੱਚਾ ਜਿਹੜਾ ਹੁੰਦਾ ਹੈ ਉਹ ਬਚਪਨ ਤੋਂ ਹੀ, ਜਦੋਂ ਉਹ ਜਨਮ ਲੈਂਦਾ ਹੈ ਉਸ ਤੋਂ ਹੀ ਉਹਦੀ ਸਿੱਖਿਆ ਪ੍ਰਾਰੰਭ ਹੋ ਜਾਂਦੀ ਹੈ ਜੀ, ਉਹ ਸਿੱਖਦਾ ਰਹਿੰਦਾ ਹੈ। ਇਸੇ ਤਰੀਕੇ ਦੇ ਨਾਲ ਰੂਸੋ ਨੇ ਵੀ ਮੰਨਿਆ ਹੈ ਕਿ ਬਾਲਕ ਇੱਕ
ਫਰੀडम ਲੈ ਕੇ ਪੈਦਾ ਹੋਣ ਵਾਲਾ ਬੱਚਾ ਜਿਹੜਾ ਹੈ ਉਹ ਸਿੱਖਣ ਦੇ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਪ੍ਰਕਿਰਤੀ ਦੇ ਵਿੱਚ ਜੋ ਵੀ ਚੀਜ਼ ਉਸ ਨੂੰ ਸਿੱਖਣ ਦੇ ਲਈ ਦਿੱਤੀ ਜਾਵੇਗੀ ਉਹ ਉਸ ਨੂੰ ਬੜੇ ਹੀ ਧਿਆਨ ਦੇ ਨਾਲ ਸਿੱਖੇਗਾ। ਬੱਚੇ ਵਿੱਚ ਚੰਗਾਈ ਦਾ ਵਿਕਾਸ, ਇਹ ਗੱਲ ਬੜੀ ਇੰਪੋਰਟੈਂਟ ਹੈ ਜੀ, ਕਿਉਂਕਿ ਰੂਸੋ ਦੀ ਕੱਲ ਜੀ ਜਿਹੜੀ ਕਲਾਸ ਹੈ ਆਪਾਂ ਪੜ੍ਹਿਆ ਸੀ, ਉਸ ਨੂੰ ਜਿਹੜਾ ਉਸ ਦਾ ਬਚਪਨ ਦਾ ਵਾਤਾਵਰਣ ਮਿਲਿਆ ਸੀ ਉਹ ਬੜਾ ਹੀ ਮਾੜਾ ਮਿਲਿਆ ਸੀ। ਉਸ ਦੇ ਨਾਲ ਉਸ ਦੀ ਚਾਚੀ ਘਰ ਤੋਂ ਲੈ ਕੇ ਜਿਹੜੇ ਵੀ ਉਸ ਦੇ ਸਹਾਇਕ ਮਿਲੇ ਉਹਨਾਂ ਨੇ ਸਭ ਨੇ ਉਸ ਦੇ ਨਾਲ ਬਹੁਤ ਹੀ ਬੁਰਾ ਵਰਤਾਓ ਕੀਤਾ। ਤਾਂ ਉਹ ਕਹਿੰਦੇ ਹੈ ਜੀ ਕਿ ਰਚਨਹਾਰੇ ਨੇ ਪ੍ਰਕਿਰਤੀ ਨੂੰ ਬੜਾ ਸੋਹਣਾ ਬਣਾਇਆ, ਬੱਚੇ ਨੂੰ ਬੜਾ ਸੋਹਣਾ ਬਣਾਇਆ ਹੈ, ਪਰ ਕਿਤੇ ਨਾ ਕਿਤੇ ਜੇਕਰ ਉਸ ਦੇ ਨਾਲ ਬੁਰਾ ਵਿਵਹਾਰ ਕੀਤਾ ਜਾਂਦਾ ਹੈ ਤਾਂ ਉਸ ਦੇ ਜੀਵਨ ਉੱਤੇ ਪ੍ਰਭਾਵ ਪੈਂਦਾ ਹੈ ਜੀ। ਬੱਚੇ ਵਿੱਚ ਚੰਗਾਈ ਦਾ ਵਿਕਾਸ ਦਾ ਮਤਲਬ ਹੈ ਕਿ ਤੁਸੀਂ ਬੱਚੇ ਦੇ ਵਿੱਚ ਜਿਹੜੇ ਉਸ ਦੇ ਵਿੱਚ ਚੰਗੇ ਗੁਣ ਨੇ ਉਹਨਾਂ ਨੂੰ ਹੀ ਬਾਹਰ ਕੱਢੋ। ਜੇਕਰ ਤੁਸੀਂ ਉਸ ਦੇ ਨਾਲ ਗਲਤ ਵਿਵਹਾਰ ਕਰੋਗੇ, ਜੇਕਰ ਉਸ ਦੀ ਸਿੱਖਿਆ ਸ਼ੁਰੂ ਦੇ ਵਿੱਚ ਜਿਹੜੀ ਸਿੱਖਿਆ ਦਿੱਤੀ ਜਾ ਰਹੀ ਹੈ ਉਹ ਸਹੀ ਤਰੀਕੇ ਦੇ ਨਾਲ ਨਹੀਂ ਹੋਈ, ਜੇਕਰ ਉਸ ਨੂੰ ਇਸ ਤਰੀਕੇ ਦੇ ਨਾਲ ਪਰਿਪੱਕ ਨਹੀਂ ਕੀਤਾ ਗਿਆ, ਉਸ ਨੂੰ ਮੈਚੋਰ ਨਹੀਂ ਕੀਤਾ ਗਿਆ ਕਿ ਉਸ ਦੇ ਜਿਹੜੇ ਆਲੇ ਦੁਆਲੇ ਰਹਿਣ ਵਾਲਾ ਜੋ ਵਾਤਾਵਰਣ ਹੈ ਉਹ ਸਹੀ ਹੈ ਜੀ, ਉਸ ਨੂੰ ਕਿਸੇ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ, ਹਰ ਉਸ ਨੂੰ ਪਿਆਰ ਕਰਨ ਵਾਲਾ ਹੈ, ਤਾਂ ਹੀ ਤੁਸੀਂ ਬੱਚੇ ਵਿੱਚ ਚੰਗਾਈ ਦਾ ਵਿਕਾਸ ਕਰ ਸਕਦੇ ਹੋ ਜੀ। ਰੂਸੋ ਦਾ ਇਹ ਵਿਸ਼ਵਾਸ ਸੀ ਕਿ ਬੱਚੇ ਦੀ ਬੁਨਿਆਦੀ ਪ੍ਰਕਿਰਤੀ ਕਿਸ ਤਰੀਕੇ ਦੀ ਹੈ ਜੀ, ਚੰਗੀ ਹੈ, ਪਵਿੱਤਰ ਹੈ, ਉਹ ਝੂਠ ਨਹੀਂ ਬੋਲਦਾ, ਉਸ ਦੇ ਵਿੱਚ ਲਾਲਚ ਨਹੀਂ ਹੈ ਜੀ। ਬੱਚਾ ਜਦੋਂ ਜਨਮ ਲੈਂਦਾ ਹੈ ਕਦੇ ਤੁਸੀਂ ਇਹ ਨਹੀਂ ਦੇਖਦੇ ਹੋ ਕਿ ਉਹ ਸੋਚਦਾ ਹੋਵੇ ਕਿ ਮੈਂ ਝੂਠ ਬੋਲਾਂ, ਮੈਂ ਇਸ ਤਰੀਕੇ ਦੇ ਨਾਲ ਉਸ ਤੋਂ ਪੈਸੇ ਖੋਹ ਲਵਾਂ ਜਾਂ ਮੈਂ ਉਸ ਦੇ ਨਾਲ ਧੋਖਾ ਕਰ ਦੇਵਾਂ। ਪਰ ਜਿਹੜਾ ਮਨੁੱਖ ਹੈ ਉਸ ਨੇ ਉਸ ਤਰੀਕੇ ਦਾ ਵਾਤਾਵਰਣ ਬਣਾਇਆ ਕਿ ਉਸ ਦੇ ਵਿੱਚ ਜਿਹੜੇ ਚੰਗਾਈ ਦੇ ਗੁਣ ਸੀ ਉਹ ਨਸ਼ਟ ਕਰ ਦਿੱਤੇ ਜੀ। ਤਾਂ ਰੂਸੋ ਮੰਨਦੇ ਹਨ ਕਿ ਜਿਹੜੇ ਬੱਚੇ ਦੇ ਵਿੱਚ ਚੰਗਾਈ ਦੇ ਗੁਣ ਹੈ ਉਹਨਾਂ ਨੂੰ ਹੀ ਸੰਭਾਲ ਕੇ ਰੱਖਿਆ ਜਾਵੇ ਤੇ ਉਹਨਾਂ ਦਾ ਵਿਕਾਸ ਕੀਤਾ ਜਾਵੇ ਜੀ। ਇਸ ਤੋਂ ਇਲਾਵਾ ਰੂਸੋ ਮੰਨਦੇ ਹਨ ਸਿੱਖਿਆ ਵਿਕਾਸ ਦੀ ਇੱਕ ਪ੍ਰਕਿਰਿਆ ਹੈ, ਹਮੇਸ਼ਾ ਚੱਲਣ ਵਾਲੀ ਪ੍ਰਕਿਰਿਆ ਜੀ, ਇਹ ਕਦੇ ਨਹੀਂ ਰੁਕ ਸਕਦੀ। ਬਣਾਵਟੀ ਸਿੱਖਿਆ, ਕਠੋਰ ਤੇ ਬੇਦਰਦ ਜਿਹੜੀ ਦਰਦ ਦੇਣ ਵਾਲੀ ਸਿੱਖਿਆ ਹੈ ਉਸ ਦਾ ਉਹਨਾਂ ਨੇ ਖੰਡਨ ਕੀਤਾ ਹੈ ਜੀ। ਉਹਨਾਂ ਨੇ ਕਿਹਾ ਹੈ ਕਿ ਸਿੱਖਿਆ ਹਮੇਸ਼ਾ ਸੰਤੁਲਿਤ ਹੋਣੀ ਚਾਹੀਦੀ ਹੈ, ਪ੍ਰਕਿਰਤੀ ਦੇ ਨਾਲ ਮਿਲਣ ਵਾਲੀ ਹੋਣੀ ਚਾਹੀਦੀ ਹੈ, ਆਨੰਦਦਾਇਕ ਹੋਣੀ ਚਾਹੀਦੀ ਹੈ। ਨਹੀਂ, ਇਹ ਕੁਝ ਸ਼ਬਦ ਨੇ ਉਹ ਤੁਸੀਂ ਧਿਆਨ ਰੱਖਣੇ ਹੈ ਜੀ। ਆਨੰਦਦਾਇਕ ਹੋਣੀ ਚਾਹੀਦੀ ਹੈ, ਵਿਚਾਰਸ਼ੀਲ ਹੋਣੀ ਚਾਹੀਦੀ ਹੈ, ਸੰਤੁਲਿਤ ਪ੍ਰਕਿਰਤੀ ਵਾਲੀ ਹੋਣੀ ਚਾਹੀਦੀ ਹੈ, ਚੰਗੇ ਢੰਗ ਵਾਲੀ ਹੋਣੀ ਚਾਹੀਦੀ ਹੈ, ਬਣਾਵਟੀ ਨਹੀਂ ਹੁੰਦੀ ਜੀ। ਉਹਨਾਂ ਨੇ ਕਿਹਾ ਕਿ ਬਣਾਵਟੀ ਸਿੱਖਿਆ ਬਿਲਕੁਲ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਬਾਰ-ਬਾਰ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਬਣਾਵਟੀ ਸਿੱਖਿਆ, ਕਠੋਰ ਸਿੱਖਿਆ ਤੇ ਦਰਦ ਦੇਣ ਵਾਲੀ ਸਿੱਖਿਆ ਇਹ ਨਹੀਂ ਹੋਣੀ ਚਾਹੀਦੀ, ਕਿਉਂਕਿ ਇਸ ਦੇ ਨਾਲ ਬੱਚੇ ਦਾ ਵਿਕਾਸ ਤੁਸੀਂ ਨਹੀਂ ਕਰ ਸਕਦੇ। ਰੂਸੋ ਇਸ ਤੋਂ ਇਲਾਵਾ ਜਿਹੜੀ ਠੋਸੀ ਹੋਈ ਸਿੱਖਿਆ ਹੈ, ਜਿਹੜੇ ਨਿਯਮ ਨੇ, ਕਾਨੂੰਨ ਨੇ, ਡਿਸਿਪਲਿਨ ਨੇ, ਉਸ ਦੇ ਵਿਰੋਧ ਸਨ। ਉਹਨਾਂ ਨੇ ਕਿਹਾ ਕਿ ਬੱਚੇ ਨੂੰ ਬਿਲਕੁਲ ਫਰੀडम ਮਿਲਣੀ ਚਾਹੀਦੀ ਹੈ ਜੀ, ਉਸ ਨੂੰ ਪ੍ਰਕਿਰਤੀ ਦੇ ਵਿੱਚ ਵਿਚਰਨ ਦਾ ਮੌਕਾ ਮਿਲਣਾ ਚਾਹੀਦਾ ਹੈ ਤਾਂ ਜੋ ਉਹ ਆਪਣਾ ਵਿਕਾਸ ਕਰ ਸਕੇ ਤੇ ਉਹ ਆਪਣੇ ਅਨੁਸ਼ਾਸਨ ਨੂੰ ਇਸ ਤਰੀਕੇ ਦੇ ਨਾਲ ਬਣਾਵੇ ਕਿ ਖੁਦ ਉਹ ਆਪਣੇ ਆਪ ਨੂੰ ਉਸ ਨੂੰ ਪਾਲਣ ਕਰ ਸਕੇ। ਅਨੁਸ਼ਾਸਨ ਦੇ ਵਿੱਚ ਜਿਹੜਾ ਦੂਜਿਆਂ ਦੇ ਦੁਆਰਾ ਬਣਾਇਆ ਗਿਆ ਹੁੰਦਾ ਹੈ ਉਹ ਉਹਨਾਂ ਨੇ ਵਿਅਰਥ ਕਿਹਾ ਜੀ। ਅਨੁਸ਼ਾਸਨ ਉਹਨਾਂ ਨੇ ਕਿਹਾ ਹੈ ਕਿ ਉਹ ਹੀ ਹੈ ਜਿਹੜਾ ਖੁਦ ਬੱਚਾ ਆਪਣੇ ਦੁਆਰਾ ਬਣਾਉਂਦਾ ਹੈ, ਉਸ ਨੂੰ ਕਿਸੇ ਵੀ ਤਰੀਕੇ ਦੀ ਬੇਰੋਕ ਟੋਕ ਨਹੀਂ ਹੋਣੀ ਚਾਹੀਦੀ, ਉਸ ਨੂੰ ਬੱਚੇ ਨੂੰ ਪ੍ਰਕਿਰਤੀ ਦੇ ਵਿੱਚ ਵਿਚਰਨ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਜੀ। ਪ੍ਰਕਿਰਤੀ ਪਰਿਵਰਤੀਆਂ ਦੀ ਮਹੱਤਤਾ, ਉਸ ਨੇ ਕਿਹਾ ਕਿ ਜਿਹੜੀ ਨੈਚੁਰਲ ਇੰਪੋਰਟੈਂਸ ਹੈ ਉਹ ਬਹੁਤ ਇੰਪੋਰਟੈਂਟ ਹੈ ਜੀ। ਰੂਸੋ ਨੇ ਵਿਕਾਸ ਦੇ ਪੜਾਅ ਨੂੰ ਅਲੱਗ-ਅਲੱਗ ਢੰਗ ਦੇ ਨਾਲ ਵੰਡਿਆ ਹੈ ਜੀ। ਉਹਨਾਂ ਨੇ ਕਿਹਾ ਹੈ ਕਿ ਜਿਹੜੀ ਸਿੱਖਿਆ ਹੈ ਉਹ ਵਿਅਕਤੀ ਬੱਚੇ ਦੇ ਜਿਹੜੇ ਵਿਕਾਸ ਦੇ ਪੜਾਅ ਨੇ ਉਹਨਾਂ ਦੇ ਅਨੁਸਾਰ ਹੋਣੀ ਚਾਹੀਦੀ ਹੈ। ਉਹਨਾਂ ਨੇ ਵਿਕਾਸ ਨੂੰ 4 ਭਾਗਾਂ ਵਿੱਚ ਵੰਡਿਆ ਹੈ ਜੀ। ਉਹ ਹੈ ਬਾਲਪਨ, ਬਚਪਨ, ਲੜਕਪਨ, ਜਵਾਨੀ। ਇੱਥੇ ਜੀ ਚਾਈਲਡਹੁੱਡ ਜਿਹੜਾ ਹੈਗਾ, ਲੜਕਪਨ, ਅਡੋਲਸੈਂਸ ਤੇ ਅਡਲਟ ਤੇ ਇਨਫੈਂਸੀ ਸਟੇਜ ਨੂੰ ਇੱਥੇ ਉਹਨਾਂ ਨੇ ਕੰਸੀਡਰ ਨਹੀਂ ਕੀਤਾ ਜੀ। ਬਾਲ ਕੇਂਦਰਿਤ ਸਿੱਖਿਆ ਹੋਣੀ ਚਾਹੀਦੀ ਹੈ। ਬਾਰ-ਬਾਰ ਇਹ ਸ਼ਬਦ ਆਏਗਾ ਜੀ ਤੁਹਾਨੂੰ ਹਮੇਸ਼ਾ ਅੱਜ ਦੇ ਕਨਸੈਪਟ ਦੇ ਵਿੱਚ ਵੀ ਇਹੀ ਸ਼ਬਦ ਹੈ ਕਿ ਬਾਲ ਕੇਂਦਰਿਤ ਸਿੱਖਿਆ ਹੋਣੀ ਚਾਹੀਦੀ ਹੈ, ਚਾਈਲਡ ਸੈਂਟਰਡ ਐਜੂਕੇਸ਼ਨ ਹੋਣੀ ਚਾਹੀਦੀ ਹੈ। ਬੱਚੇ ਦੇ ਵੱਲ ਹਮੇਸ਼ਾ ਝੁਕਾਅ ਰੱਖਣਾ ਹੈ, ਬੱਚੇ ਦੀ ਸਮੱਸਿਆ ਨੂੰ ਹੱਲ ਕਰਨਾ ਚਾਹੀਦਾ ਹੈ। ਬਾਲ ਕੇਂਦਰਿਤ ਸਿੱਖਿਆ ਦਾ ਮੋਢੀ ਮੰਨਿਆ ਜਾਂਦਾ ਹੈ ਜੀ ਰੂਸੋ ਨੂੰ। ਇਹ ਕੁਐਸਚਨ ਆ ਸਕਦਾ 1 ਨੰਬਰ ਦੇ ਵਿੱਚ ਕਿ ਰੂਸੋ ਜਾਂ ਇਹ ਕੁਐਸਚਨ ਪੁੱਛ ਸਕਦਾ ਜੀ ਕਿ ਬਾਲ ਕੇਂਦਰ ਸਿੱਖਿਆ ਹੈ ਉਸ ਦਾ ਮੋਢੀ ਕਿਸ ਨੂੰ ਕਿਹਾ ਜਾਂਦਾ, ਪਿਤਾਮਾ ਕਿਸ ਨੂੰ ਕਿਹਾ ਜਾਂਦਾ, ਫਾਦਰ ਆਫ ਚਾਈਲਡ ਓਰੀਐਂਟਡ ਚਾਈਲਡ ਸੈਂਟਰ ਐਜੂਕੇਸ਼ਨ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ? ਤਾਂ ਜੀ ਉਹ ਹੈ ਜੀ ਰੂਸੋ। ਰੂਸੋ ਨੇ ਕਿਹਾ ਕਿ ਉਹਦੀ ਸ਼ਖਸੀਅਤ ਦਾ ਵਿਕਾਸ ਤੁਸੀਂ ਇਸ ਤਰੀਕੇ ਦੇ ਨਾਲ ਕਰ ਸਕਦੇ ਹੋ ਕਿ ਹਮੇਸ਼ਾ ਉਸ ਨੂੰ ਹੀ ਮਹੱਤਵ ਦਿੱਤਾ ਜਾਵੇ, ਯਾਨੀ ਬੱਚੇ ਨੂੰ ਮਹੱਤਵ ਦਿੱਤਾ ਜਾਵੇ। ਟੀਚਰ ਆਪਣੇ ਦੁਆਰਾ ਜਿਹੜੀ ਥਿਊਰੀ ਬਣਾ ਕੇ ਲਿਆਇਆ, ਜਿਹੜੇ ਆਪਣੇ ਕਨਸੈਪਟ ਨੇ ਉਹ ਲਾਗੂ ਨਾ ਕਰਕੇ ਬੱਚੇ ਨੂੰ ਧਿਆਨ ਵਿੱਚ ਰੱਖ ਕੇ ਇਸ ਤਰੀਕੇ ਦੀ ਤਕਨੀਕ ਬਣਾਵੇ ਤਾਂ ਜੋ ਬੱਚਾ ਆਪਣਾ ਖੁਦ ਦਾ ਵਿਕਾਸ ਕਰ ਸਕੇ ਜੀ। ਬੱਚੇ ਦਾ ਅਧਿਐਨ ਕਰਨਾ ਚਾਹੀਦਾ ਹੈ, ਬੱਚਾ ਕਿਤੇ ਕਮਜ਼ੋਰ ਹੈ ਜੀ, ਕਿਸ ਤਰੀਕੇ ਦੇ ਨਾਲ ਵਿਕਾਸ ਨਹੀਂ ਕਰ ਪਾ ਰਿਹਾ, ਉਸ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਜੀ। ਜਿੱਥੇ ਉਸ ਨੂੰ ਅੜਚਨ ਆਵੇ, ਜਿੱਥੇ ਵੀ ਉਸ ਨੂੰ ਤੁਹਾਡੀ ਸਹਾਇਤਾ ਦੀ ਜ਼ਰੂਰਤ ਹੋਵੇ ਤੁਸੀਂ ਉਸ ਨੂੰ ਸਹਾਇਤਾ ਦੇਣੀ ਹੈ ਜੀ, ਉਸ ਦੇ ਨਾਲ ਗੱਲਬਾਤ ਕਰਨੀ ਹੈ, ਉਸ ਅਨੁਸਾਰ ਉਸ ਵਿਅਕਤੀ ਨੂੰ, ਉਸ ਬੱਚੇ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰਨੀ ਹੈ ਜੀ।
ਵੀਡੀਓ ਥੋੜਾ ਲੰਬਾ ਹੋ ਸਕਦਾ ਹੈ ਜੀ, ਪਰ ਜਿਹੜੇ ਇੰਪੋਰਟੈਂਟ ਕਨਸੈਪਟ ਨੇ ਉਹ ਤੁਸੀਂ ਜ਼ਰੂਰ ਸਿੱਖਣੇ ਹਨ ਜੀ। ਇਹ ਰੂਸੋ ਦੇ ਵਿੱਚ ਵੀ ਨਹੀਂ, ਇਹ ਤੁਹਾਨੂੰ ਪਿਆਜੇ ਦੇ ਵਿੱਚ ਜਿਹੜੇ ਵੀ ਮਨੋਵਿਗਿਆਨਿਕ ਅੱਗੇ ਤੁਸੀਂ ਪੜ੍ਹੋਗੇ ਉਹਨਾਂ ਦੇ ਵਿੱਚ ਕੰਮ ਦੇਗਾ। ਜਿਵੇਂ ਚਾਈਲਡ ਓਰੀਐਂਟਡ ਐਜੂਕੇਸ਼ਨ ਦਾ ਹੈ ਜੀ ਕਨਸੈਪਟ, ਇਹ ਸਭ ਤੁਹਾਨੂੰ ਅੱਗੇ ਕੰਮ ਦੇਣਗੇ ਜੀ। ਇਸ ਤੋਂ ਇਲਾਵਾ ਉਪਦੇਸ਼ਾਤਮਕ ਜਿਹੜੀ ਸਿੱਖਿਆ ਉਹਦਾ ਵਿਰੋਧ ਕੀਤਾ ਉਹਨਾਂ ਨੇ। ਲੜਕੇ ਤੇ ਲੜਕੀਆਂ ਦੀ ਸਿੱਖਿਆ ਮੋਸਟ ਇੰਪੋਰਟੈਂਟ ਹੈ ਜੀ, ਉਹਨਾਂ ਨੇ ਅੰਤਰ ਕੀ ਕਿਹਾ ਇਹ ਤੁਸੀਂ ਯਾਦ ਰੱਖਣਾ ਹੈ। ਤੁਹਾਨੂੰ 3 ਨੰਬਰ ਦੇ ਵਿੱਚ ਕੁਐਸਚਨ ਆ ਸਕਦਾ ਹੈ ਕਿ ਰੂਸੋ ਦੇ ਅਨੁਸਾਰ ਲੜਕੇ ਅਤੇ ਲੜਕੀਆਂ ਦੀ ਸਿੱਖਿਆ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ। ਉਹ ਦੇਖੋ ਜੀ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ। ਇਸ ਦੇ ਵਿੱਚ ਉਹਨਾਂ ਨੇ ਆਪਣੀ ਬੁੱਕ ਇਮਾਈਲ ਦੇ ਵਿੱਚ ਪੂਰੀ ਤਰੀਕੇ ਦੇ ਨਾਲ ਡਿਸਕਸ ਕੀਤਾ ਹੈ ਜੀ। ਜਿਹੜੀ ਇਮਾਈਲ ਦੀ ਇੱਕ ਪਤਨੀ ਹੈ ਸੋਫੀ, ਉਸ ਨੇ ਕਿਹਾ ਕਿ ਕਿਸ ਤਰੀਕੇ ਦੀ ਉਸ ਨੂੰ ਸਿੱਖਿਆ ਮਿਲਣੀ ਚਾਹੀਦੀ ਹੈ, ਉਹ ਹੈ ਜੀ। ਇਹ ਆਪਾਂ ਥੋੜਾ ਧਿਆਨ ਨਾਲ ਪੜ੍ਹਦੇ ਹਾਂ। ਰੂਸੋ ਦਾ ਸਿਧਾਂਤ ਸੀ ਕਿ ਬੱਚੇ ਨੂੰ ਸਿੱਖਿਆ ਦਿੰਦੇ ਸਮੇਂ ਲਿੰਗ ਅੰਤਰ ਨੂੰ ਜ਼ਰੂਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਜੀ, ਲਿੰਗ ਅੰਤਰ ਨੂੰ ਜ਼ਰੂਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉਹਨਾਂ ਨੇ ਜਿਹੜਾ ਆਪਣਾ ਸਿਧਾਂਤ ਹੈ ਉਹ ਇਮਾਈਲ ਦੀ ਪਤਨੀ ਨੂੰ ਮੰਨ ਕੇ, ਯਾਨੀ ਖੁਦ ਦੀ ਪਤਨੀ ਸੀ ਜੀ, ਇੱਥੇ ਇਮਾਈਲ ਹੈ ਉਹ ਉਹਨਾਂ ਨੇ ਖੁਦ ਨੂੰ, ਰੂਸੋ ਨੇ ਖੁਦ ਆਪਣੇ ਆਪ ਨੂੰ ਮੰਨਿਆ ਹੈ। ਉਹਨਾਂ ਨੇ ਇਸਤਰੀ ਪੁਰਖ ਨੂੰ ਇੱਕੋ ਜਿਹਾ ਨਹੀਂ ਮੰਨਿਆ। ਇਹ ਗੱਲ ਬੜੀ, ਇਸ ਦੇ ਕਾਰਨ ਹੀ ਉਹਨਾਂ ਦਾ ਵਿਰੋਧ ਹੋਇਆ ਸੀ ਜੀ। ਇਹ ਗੱਲ ਬੜੀ ਉਹਨਾਂ ਨੇ ਉਸ ਟਾਈਮ ਵਿੱਚ ਕਹੀ, ਜਿਸ ਦੇ ਕਾਰਨ ਉਹਨਾਂ ਦਾ ਪੂਰਾ ਵਿਰੋਧ ਹੋਇਆ ਜੀ ਕਿ ਉਹਨਾਂ ਨੇ ਇੱਕੋ ਜਿਹਾ ਨਹੀਂ ਮੰਨਿਆ, ਉਹਨਾਂ ਨੇ ਸਿੱਖਿਆ ਅਲੱਗ-ਅਲੱਗ ਮੰਨੀ ਹੈ ਜੀ। ਉਹਨਾਂ ਨੇ ਕਿਹਾ ਹੈ ਕਿ ਇਸਤਰੀ ਨੂੰ ਸਿਰਫ ਕਿਸ ਤਰੀਕੇ ਦੀ ਨੈਤਿਕ ਤੇ ਧਾਰਮਿਕ ਸਿੱਖਿਆ ਦੇਣੀ ਚਾਹੀਦੀ ਹੈ। ਉਸ ਨੂੰ ਅਗਰ ਪੜ੍ਹਨ ਦੀ ਇੱਛਾ ਹੋਵੇ, ਲੜਕੀ ਨੂੰ ਜੇਕਰ ਪੜ੍ਹਨ ਦੀ ਇੱਛਾ ਹੋਵੇ ਤਾਂ ਹੀ ਉਸ ਨੂੰ ਪੜ੍ਹਾਉਣਾ ਚਾਹੀਦਾ ਜੀ, ਨਹੀਂ ਤਾਂ ਨਹੀਂ ਪੜ੍ਹਾਉਣਾ ਚਾਹੀਦਾ, ਕਿਉਂਕਿ ਇਸ ਦਾ ਪੜ੍ਹਾਉਣ ਦਾ ਇਸ ਤੋਂ ਕੋਈ ਫਾਇਦਾ ਨਹੀਂ ਹੈ। ਰੁਚੀ ਹੋਵੇ ਤਾਂ ਹੀ ਉਸ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਜੀ, ਵਰਨਾ ਉਸ ਨੂੰ ਪੜ੍ਹਾਉਣਾ ਵਿਅਰਥ ਉਹਨਾਂ ਨੇ ਮੰਨਿਆ ਹੈ। ਇਸ ਤੋਂ ਇਲਾਵਾ ਰੂਸੋ ਦਾ ਵਿਚਾਰ ਸੀ ਕਿ ਆਧੁਨਿਕ ਚੇਤਨਾ ਦੇ ਵਿਰੁੱਧ ਨਹੀਂ ਜਾਣਾ ਚਾਹੀਦਾ। ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਵਿਚਾਰ ਪ੍ਰਗਟ ਕਰਨੇ ਹਨ ਕਿ ਜੀ ਤੁਸੀਂ ਆਪਣੀ ਸਿੱਖਿਆ ਨੂੰ ਜੋੜ ਸਕੋ। ਤੇ ਉਹਨਾਂ ਨੇ ਕਿਹਾ ਕਿ ਇਸਤਰੀ ਨੂੰ ਕਿਸ ਤਰੀਕੇ ਦੇ, ਕਿਸ ਰੂਪ ਵਿੱਚ ਸਿੱਖਿਆ ਲੈਣੀ ਚਾਹੀਦੀ ਹੈ ਜੀ। ਇੱਕ ਮਾਤਾ ਤੇ ਇੱਕ ਪਤਨੀ ਦੇ ਰੂਪ ਵਿੱਚ ਸਿੱਖਿਆ ਲੈਣੀ ਚਾਹੀਦੀ ਹੈ। ਉਸ ਨੂੰ ਉਸ ਦੇ ਵਿੱਚ ਨੈਤਿਕ ਦ੍ਰਿਸ਼ਟੀ ਤੋਂ ਸਹਿਣਸ਼ੀਲਤਾ ਦੇ, ਜਿਹੜੇ ਆਗਿਆ ਪਾਲਣ ਦੇ ਤੇ ਬੱਚੇ ਨੂੰ ਸਾਂਭਣ ਦੇ ਜਿਹੜੇ ਗੁਣ ਹੈ ਉਹ ਹੋਣੇ ਚਾਹੀਦੇ ਹਨ। ਤੇ ਉਸ ਨੇ ਕਿਹਾ ਕਿ ਇੱਥੇ ਤੱਕ ਹੀ ਉਹਦਾ ਦਾਇਰਾ ਹੈ ਜੀ। ਇਹ ਉਹਨਾਂ ਨੇ ਜਦੋਂ ਅੱਗੇ ਆਪਾਂ ਪਾਠਕ੍ਰਮ ਪੜ੍ਹਾਂਗੇ ਤਾਂ ਇਸਤਰੀ ਤੇ ਪੁਰਖ ਹੈ ਜੀ, ਉਹਨਾਂ ਦੇ ਅਲੱਗ-ਅਲੱਗ ਉਹਨਾਂ ਨੇ ਸਬਜੈਕਟ ਵੰਡੇ ਹੋਏ ਜੀ ਕਿ ਇਹ ਸਬਜੈਕਟ ਇਸਤਰੀਆਂ ਪੜ੍ਹ ਸਕਦੀਆਂ ਨੇ ਤੇ ਇਹ ਸਬਜੈਕਟ ਪੁਰਖ ਪੜ੍ਹ ਸਕਦੇ ਨੇ। ਇਹ ਅੱਜ ਦੇ ਜ਼ਮਾਨੇ ਵਿੱਚ ਇਹ ਕਨਸੈਪਟ ਬਿਲਕੁਲ ਖਤਮ ਹੋ ਗਿਆ ਜੀ। ਕੋਈ ਵੀ ਕੈਰੀਕੁਲਮ ਸਾਰਿਆਂ ਦੇ ਲਈ ਇੱਕੋ ਜਿਹਾ ਹੁੰਦਾ ਜੀ। ਲਿੰਗ ਭੇਦ ਬਿਲਕੁਲ ਵੀ ਨਹੀਂ ਹੈ, ਲਿੰਗ ਭੇਦ ਨੂੰ ਖਤਮ ਕਰ ਦਿੱਤਾ ਗਿਆ ਜੀ। ਜੈਂਡਰ ਬਾਇਸਿਸ ਬਿਲਕੁਲ ਵੀ ਨਹੀਂ ਹੈ, ਕਿਉਂਕਿ ਇਸ ਦਾ ਇੱਕ ਪੂਰਾ ਚੈਪਟਰ ਵੀ ਹੈ ਜੀ ਤੇ ਕਾਨੂੰਨ ਵੀ ਬਣਿਆ ਹੋਇਆ ਹੈ ਕਿ ਤੁਸੀਂ ਇਸਤਰੀ ਸਿੱਖਿਆ ਤੇ ਜਿਹੜੀ ਪੁਰਖ ਸਿੱਖਿਆ ਉਹਨੂੰ ਅਲੱਗ ਨਹੀਂ ਮੰਨਣਾ। ਰਾਈਟ ਟੂ ਐਜੂਕੇਸ਼ਨ ਦੇ ਵਿੱਚ ਸਾਰਿਆਂ ਨੂੰ ਪੜ੍ਹਨ ਦਾ ਅਧਿਕਾਰ ਹੈ ਜੀ, ਚਾਹੇ ਕੋਈ ਵੀ ਹੋਏ, ਲੜਕਾ ਲੜਕੀ ਸਭ ਨੂੰ ਪੜ੍ਹਨ ਦਾ ਅਧਿਕਾਰ ਹੈ ਜੀ। ਤਾਂ ਇਹ ਇਹਨਾਂ ਦਾ ਇੱਕ ਬਹੁਤ ਹੀ ਵੀਕਨੈਸ ਪੁਆਇੰਟ ਸੀ, ਇਸ ਨੂੰ ਅੱਜ ਦੀ ਸਿੱਖਿਆ ਵਿੱਚ ਲਾਗੂ ਨਹੀਂ ਕੀਤਾ ਜਾਂਦਾ। ਉਪਦੇਸ਼ਾਤਮਕ ਸਿੱਖਿਆ ਦੇ ਵਿਰੋਧੀ ਸਨ। ਉਹ ਕਹਿੰਦੇ ਸਨ ਜੀ ਉਪਦੇਸ਼ ਦੇ ਦੁਆਰਾ ਦਿੱਤੀ ਗਈ ਸਿੱਖਿਆ, ਲੈਕਚਰ ਸਟੈਂਡ ਦੇ ਉੱਤੇ ਜਦੋਂ ਆ ਕੇ ਟੀਚਰ ਬੋਲਣਾ ਸ਼ੁਰੂ ਕਰ ਦਿੰਦਾ ਹੈ ਤੇ ਬੱਚਿਆਂ ਦੀ ਗੱਲ ਨਹੀਂ ਸੁਣਦਾ ਤਾਂ ਤੁਸੀਂ ਸਮਝ ਜਾਣਾ ਜੀ ਉਹਨੇ ਰੱਟਿਆ ਹੋਇਆ, ਰੱਟੀ ਹੋਈ ਚੀਜ਼ ਨੂੰ ਉਹ ਤੋਤੇ ਵਾਂਗ ਬੋਲ ਰਿਹਾ ਹੈ ਜੀ। ਤੁਹਾਡਾ ਅਗਰ ਕੋਈ ਕਮੈਂਟ ਨਹੀਂ ਲੈ ਰਿਹਾ, ਤੁਹਾਡਾ ਅਗਰ ਕੁਐਸਚਨ ਹੈ, ਤੁਸੀਂ ਹੈਂਡ ਰੇਜ਼ ਕੀਤਾ ਹੈ, ਅਗਰ ਟੀਚਰ ਉਸ ਨੂੰ ਨਹੀਂ ਦੱਸ ਪਾ ਰਿਹਾ ਤਾਂ ਕਿਤੇ ਨਾ ਕਿਤੇ ਉਹ ਆਪਣੀ ਕਮੀ ਨੂੰ ਛੁਪਾ ਰਿਹਾ ਜੀ। ਹਾਂ, ਹੋ ਸਕਦਾ ਹੈ ਉਹ ਰਿਪਲਾਈ ਉਸ ਦਾ 1 ਦਿਨ ਤੋਂ ਬਾਅਦ ਦੇਵੇ, ਉਸ ਨੂੰ ਰਿਪਲਾਈ ਜ਼ਰੂਰ ਦੇਣਾ ਚਾਹੀਦਾ ਜੀ। ਕਈ ਵਾਰ ਹੁੰਦਾ ਕੁਝ ਚੀਜ਼ਾਂ ਉਸ ਨੂੰ ਐਟ ਏ ਟਾਈਮ ਪਤਾ ਨਹੀਂ ਹੁੰਦੀ, ਪਰ ਜਦੋਂ ਕੋਈ ਟੀਚਰ ਬਾਅਦ ਦੇ ਵਿੱਚ ਉਸ ਦਾ ਸੋਲਿਊਸ਼ਨ ਕਿਸੇ ਤਰੀਕੇ ਦੇ ਨਾਲ ਵੀ ਲੱਭ ਕੇ ਤੁਹਾਨੂੰ ਦੱਸਦਾ ਹੈ ਤਾਂ ਉਹ ਟੀਚਰ ਵੈਲ ਡਿਸਿਪਲਿਨ ਹੈ ਜੀ। ਉਸ ਨੇ ਆਪਣਾ ਟੀਚਿੰਗ ਐਪਟੀਟਿਊਡ ਬੜੇ ਹੀ ਸਹੀ ਤਰੀਕੇ ਨਾਲ ਸੰਭਾਲ ਕੇ ਰੱਖਿਆ ਹੈ। ਅੱਗੇ ਵੇਖਦੇ ਹਾਂ ਜੀ, ਜਿਹੜਾ ਆਪਣਾ ਤੀਜਾ ਕੁਐਸਚਨ ਬਣੇਗਾ ਕਿ ਰੂਸੋ ਅਨੁਸਾਰ ਸਿੱਖਿਆ ਦੇ ਕੀ ਉਦੇਸ਼ ਹਨ, ਉਹ ਵੇਖਦੇ ਹਾਂ ਜੀ। ਤਾਂ ਛੋਟੀ ਜੀ ਗੱਲ ਇੱਕ ਤੁਸੀਂ ਧਿਆਨ ਰੱਖਣੀ ਹੈ, ਪ੍ਰਕਿਰਤੀਵਾਦੀ ਸੀ ਜੀ, ਉਹਨਾਂ ਨੇ ਹਮੇਸ਼ਾ ਪ੍ਰਕਿਰਤੀ ਨੂੰ ਮਹੱਤਵ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਚਾਈਲਡ ਓਰੀਐਂਟਡ ਤੁਸੀਂ ਬੱਚੇ ਨੂੰ ਸਿੱਖਿਆ ਦੇਣੀ ਹੈ। ਉਹਨਾਂ ਨੇ ਹਮੇਸ਼ਾ ਮੰਨਿਆ ਕਿ ਜਿਹੜੀ ਸਿੱਖਿਆ ਹੈ ਅਸਲ ਸਿੱਖਿਆ ਤਾਂ ਹੀ ਤੁਸੀਂ ਮੰਨ ਸਕਦੇ ਹੋ ਜੇਕਰ ਉਹ ਕਿਤੇ ਨਾ ਕਿਤੇ ਬੱਚੇ ਦਾ ਪੂਰਨ ਰੂਪ ਵਿੱਚ ਵਿਕਾਸ ਕਰ ਸਕਦੀ ਹੈ। ਜਿਹੜੀ ਉਸ ਦੇ ਅੰਦਰ ਐਬਿਲਿਟੀ ਹੈ ਜੀ ਉਸ ਨੂੰ ਤੁਸੀਂ ਜਾਗਰਿਤ ਕਰ ਸਕਦੇ ਹੋ ਜੀ। ਉਹਨਾਂ ਦੀ ਰਾਏ ਕੀ ਸੀ ਜੀ? ਇਹ ਸਿੱਖਿਆ ਦਾ ਸਭ ਤੋਂ ਵੱਡਾ ਉਦੇਸ਼ ਉਹਨਾਂ ਨੇ ਮੰਨਿਆ ਕਿ ਬੱਚੇ ਦਾ ਵਿਕਾਸ ਪੂਰਨ ਇਕਾਈ ਦੇ ਰੂਪ ਵਿੱਚ ਹੋਣਾ ਚਾਹੀਦਾ ਹੈ। ਉਸ ਨੂੰ ਤੁਸੀਂ ਅਲੱਗ-ਅਲੱਗ ਰੂਪ ਵਿੱਚ ਨਹੀਂ ਮੰਨ ਸਕਦੇ ਜੀ ਕਿ ਤੁਸੀਂ ਪਹਿਲਾਂ ਬੱਚੇ ਦਾ ਸਰੀਰਕ ਵਿਕਾਸ ਕਰੋਗੇ, ਫਿਰ ਉਸ ਦਾ ਮਾਨਸਿਕ ਵਿਕਾਸ ਕਰੋਗੇ ਤੇ ਫਿਰ ਉਸ ਦਾ ਤੁਸੀਂ ਇਮੋਸ਼ਨਲ ਨੈਤਿਕ ਵਿਕਾਸ ਕਰੋਗੇ ਜਾਂ ਭਾਵਨਾਤਮਕ ਵਿਕਾਸ ਕਰੋਗੇ। ਉਹਨਾਂ ਨੇ ਕਿਹਾ ਸਾਰੇ ਵਿਕਾਸ, ਜਿਹੜੇ ਵੀ ਭਾਸ਼ਾਈ ਵਿਕਾਸ ਹੈ, ਮਾਨਸਿਕ ਵਿਕਾਸ ਹੈ, ਸਭ ਨੂੰ ਜੋੜ ਕੇ ਤੁਸੀਂ ਉਸ ਦਾ ਪੂਰਨ ਰੂਪ ਵਿੱਚ ਚੌਮੁਖੀ ਵਿਕਾਸ ਕਰਨਾ ਹੈ ਜੀ, ਤਾਂ ਹੀ ਬੱਚੇ ਦਾ ਤੁਸੀਂ ਵਿਕਾਸ ਕਰ ਸਕਦੇ ਹੋ। ਪਹਿਲਾਂ ਆਪਾਂ ਪੜ੍ਹਦੇ ਹਾਂ ਜੀ ਸਧਾਰਨ ਉਹਨਾਂ ਦੇ ਉਦੇਸ਼ ਕੀ ਸੀ ਜੀ। ਦੇਖੋ ਜੀ, ਅੰਦਰੂਨੀ ਯੋਗਤਾਵਾਂ ਦਾ ਵਿਕਾਸ, ਇਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਜਮਾਂਦਰੀ ਸ਼ਕਤੀਆਂ ਨੇ
ਉਸ ਨੂੰ ਉਸਨੇ ਵਿਕਸਿਤ ਕਰਨਾ ਹੈ ਜੀ, ਟੀਚਰ ਨੇ ਵਿਕਸਿਤ ਕਰਵਾਉਣਾ ਹੈ। ਇਸ ਤਰੀਕੇ ਦੀ ਉਸ ਨੂੰ ਸਿੱਖਿਆ ਦੇਣੀ ਚਾਹੀਦੀ ਹੈ। ਰੂਸੋ ਨੇ ਇੱਕ ਬਹੁਤ ਵੱਡੀ ਗੱਲ ਕਹੀ ਹੈ ਜੀ ਕਿ ਉਹ ਵਿਅਕਤੀ ਮਹਾਨ ਨਹੀਂ ਹੈ, ਉਹ ਵਿਅਕਤੀ ਜ਼ਿਆਦਾ ਗਿਆਨਵਾਨ ਨਹੀਂ ਹੈ ਜਿਹੜੇ ਜ਼ਿਆਦਾ ਦਿਨਾਂ ਤੱਕ ਜਿਉਂਦਾ ਰਹਿੰਦਾ ਹੈ ਜੀ। ਉਸ ਦਾ ਜੀਵਨ ਹੀ ਸਾਰਥਕ ਹੈ ਜਿਹੜੇ ਘੱਟ ਦਿਨਾਂ ਦੇ ਵਿੱਚ ਜਿਉਂਦਾ ਰਹਿੰਦਾ ਹੈ, ਪਰ ਉਸ ਨੇ ਆਪਣੀ ਸਿੱਖਿਆ ਨੂੰ ਇਸ ਤਰੀਕੇ ਦੇ ਨਾਲ ਪ੍ਰਾਪਤ ਕੀਤਾ ਹੈ, ਉਸ ਦੇ ਅਨੁਭਵ ਇਸ ਤਰੀਕੇ ਦੇ ਨੇ ਕਿ ਉਹ ਆਪਣੇ ਜੀਵਨ ਨੂੰ ਇੱਕ ਸਾਰਥਕ ਰੂਪ ਦੇ ਵਿੱਚ ਸਿੱਖਿਆ ਦੇ ਉਦੇਸ਼ ਨੂੰ ਪੂਰਾ ਕਰ ਸਕਿਆ ਜੀ। ਉਸ ਨੇ ਆਪਣੇ ਜਿਹੜੀ ਜੀਵਨ ਦੀ ਜੀਣ ਦੀ ਸੰਭਾਵਨਾ ਸੀ, ਉਹਨੇ ਜਿਹੜਾ ਇੱਥੇ ਆਉਣ ਦਾ ਉਹਦਾ ਮਕਸਦ ਸੀ, ਉਸ ਨੂੰ ਪੂਰਾ ਕਰ ਲਿਆ ਜੀ। ਉਹਨਾਂ ਨੇ ਕਿਹਾ ਕਿ ਤੁਸੀਂ ਸਿਰਫ ਇੱਕ ਕੋਰੇ ਕਾਗਜ਼ ਦੇ ਰੂਪ ਵਿੱਚ ਹੀ ਕਿਸੇ ਨੂੰ ਨਹੀਂ ਮੰਨਣਾ, ਤੁਸੀਂ ਇਹ ਕਹਿਣਾ ਜੀ ਉਹ ਗਿਆਨਵਾਨ ਹੈ, ਉਹ ਕੁਝ ਵੀ ਸਿੱਖ ਸਕਦਾ ਜੀ। ਇੱਕ ਪੂਰੇ ਮਨੁੱਖ ਦੇ ਰੂਪ ਵਿੱਚ ਉਸ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਕਰਨੀ ਹੈ ਜੀ। ਸਰੀਰਕ ਵਿਕਾਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਰੂਸੋ ਨੇ ਇੱਕ ਪ੍ਰਕਿਰਤੀ ਨੂੰ ਆਧਾਰ ਮੰਨ ਕੇ ਸਰੀਰਕ ਵਿਕਾਸ ਦੇ ਲਈ ਕਿਰਿਆਵਾਂ ਕਰਨ ਦਾ ਉਦੇਸ਼ ਦਿੱਤਾ ਹੈ ਜੀ ਕਿ ਤੁਸੀਂ ਵਿਦਿਆਰਥੀ ਦਾ ਚੌਮੁਖੀ ਵਿਕਾਸ ਕਰਨਾ ਹੈ ਜੀ। ਉਸ ਨੂੰ ਖੇਲ ਦੇ ਮੈਦਾਨ ਦੇ ਵਿੱਚ ਉਸ ਨੂੰ ਜਿਹੜੇ ਕੁਦਰਤ ਦੀ ਕਿਰਿਆਵਾਂ ਹੈ, ਕੁਦਰਤ ਪੇੜ ਦੇ ਉੱਤੇ ਚੜ੍ਹ ਕੇ, ਪੇੜ ਦੇ ਹੇਠਾਂ ਖੇਡ ਕੇ, ਜਾਂ ਤੁਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਉਛਲ ਕੂਦ ਕਰਕੇ ਸਰੀਰਕ ਵਿਕਾਸ ਕਰਨਾ ਹੈ ਜੀ। ਪ੍ਰਕਿਰਤੀ ਇੱਕ ਬਹੁਤ ਵੱਡਾ ਖੇਲ ਦਾ ਮੈਦਾਨ ਹੈ ਜੀ, ਤੁਸੀਂ ਜਿੱਥੇ ਮਰਜ਼ੀ ਸਿੱਖਿਆ ਪ੍ਰਾਪਤ ਕਰ ਸਕਦੇ ਹੋ ਜੀ। ਇਸ ਦੇ ਲਈ ਉਹਨਾਂ ਨੇ ਕਿਹਾ ਸਰੀਰਕ ਵਿਕਾਸ ਵੀ ਜ਼ਰੂਰੀ ਹੈ ਜੀ। ਇਸ ਤੋਂ ਬਾਅਦ ਜਿਹੜੀ ਤੀਜੀ ਉਹਨਾਂ ਨੇ ਸਿੱਖਿਆ ਦੇ ਵਿੱਚ ਸਿਖਲਾਈ ਦਾ ਨਾਂ ਦਿੱਤਾ ਹੈ ਜੀ, ਉਹ ਹੈ ਜੀ ਇੰਦਰੀਆਂ ਦੀ ਸਿਖਲਾਈ। ਜਿਹੜੀ ਆਪਣੇ ਸੈਂਸਿਸ ਨੇ ਉਸ ਦੇ ਨਾਲ ਕਿਸ ਤਰੀਕੇ ਦੇ ਨਾਲ ਸਿੱਖ ਸਕਦੇ ਹੋ ਜੀ। 5 ਪ੍ਰਕਾਰ ਦੀ ਆਪਣੀ ਗਿਆਨ ਇੰਦਰੀਆਂ ਨੇ, ਅੱਖ, ਨੱਕ, ਕੰਨ, ਜੀਭ ਤੇ ਚਮੜੀ। ਉਸ ਤਰੀਕੇ ਦੇ ਨਾਲ ਬੱਚੇ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਗਿਆਨ ਇੰਦਰੀਆਂ ਦਾ ਵੱਧ ਤੋਂ ਵੱਧ ਪ੍ਰਯੋਗ ਕਰਕੇ ਆਪਣੇ ਜੀਵਨ ਦੇ ਵਿੱਚ ਸਿੱਖਿਆ ਹਾਸਲ ਕਰ ਸਕੇ ਜੀ। ਸਿੱਖਿਆ ਦੇ ਵਿੱਚ ਜੇਕਰ ਗਿਆਨ ਇੰਦਰੀਆਂ ਦਾ ਉਚਿਤ ਢੰਗ ਦੇ ਨਾਲ ਸਹੀ ਸਮੇਂ ਦੇ ਪ੍ਰਯੋਗ ਕੀਤਾ ਜਾਵੇ ਤਾਂ ਉਹ ਆਪਣੇ ਜੀਵਨ ਨੂੰ ਬੜੇ ਹੀ ਸਾਰਥਕ ਰੂਪ ਵਿੱਚ ਜੀ ਸਕਦਾ ਹੈ ਜੀ। ਸਿੱਖਿਆ ਦੇ ਵਿੱਚ ਗਿਆਨ ਇੰਦਰੀਆਂ ਦਾ ਬਹੁਤ ਯੋਗਦਾਨ ਹੈ ਜੀ। ਤੁਸੀਂ ਹੁਣ ਵੀਡੀਓ ਨੂੰ ਦੇਖ ਰਹੇ ਹੋ ਤੇ ਸੁਣ ਰਹੇ ਹੋ ਜੀ, ਤੁਹਾਡੀ 2 ਗਿਆਨ ਇੰਦਰੀਆਂ ਦਾ ਪ੍ਰਯੋਗ ਹੋ ਰਿਹਾ ਹੈ। ਜੇਕਰ ਤੁਸੀਂ ਆਪਣੀ ਇਸ 2 ਗਿਆਨ ਇੰਦਰੀਆਂ ਨੂੰ ਪੂਰੇ ਤਰੀਕੇ ਦੇ ਨਾਲ ਯੂਜ਼ ਕਰਦੇ ਹੋ ਤਾਂ ਤੁਹਾਡਾ ਇਸ ਦੇ ਵਿੱਚ ਇਹ ਕਦੇ ਵੀ ਨਹੀਂ ਮੰਨਿਆ ਜਾਵੇਗਾ ਕਿ ਤੁਸੀਂ ਫੇਲ ਹੋ ਸਕਦੇ ਹੋ ਜੀ। ਜੇਕਰ ਤੁਸੀਂ ਤੁਹਾਡੀ ਜਿਹੜੀ ਵੀ ਗਿਆਨ ਇੰਦਰੀ ਦਾ ਜਿਸ ਸਮੇਂ ਜ਼ਰੂਰਤ ਹੋਵੇ ਸਹੀ ਤਰੀਕੇ ਦੇ ਨਾਲ ਪ੍ਰਯੋਗ ਕਰਦੇ ਹੋ ਤਾਂ ਤੁਸੀਂ ਕਦੇ ਵੀ ਆਪਣੇ ਆਪ ਨੂੰ ਕਿਸੇ ਤੋਂ ਪਿੱਛੇ ਨਹੀਂ ਸਮਝੋਗੇ ਜੀ। ਇਸ ਤੋਂ ਅੱਗੇ ਜਿਹੜੀ ਚੌਥੀ ਗੱਲ ਉਹਨਾਂ ਨੇ ਕੀ ਹੈ ਕਿ ਨੈਤਿਕ ਵਿਕਾਸ। ਬੱਚੇ ਦਾ ਨੈਤਿਕ ਵਿਕਾਸ ਜ਼ਰੂਰ ਹੋਣਾ ਚਾਹੀਦਾ ਜੀ। ਨੈਤਿਕ ਵਿਕਾਸ ਤਾਂ ਹੀ ਹੋ ਸਕਦਾ ਹੈ ਜੇਕਰ ਕਿਸੇ ਬੱਚੇ ਦਾ ਸ਼ੁਰੂ ਦੇ ਵਿੱਚ ਚੰਗਿਆਈ ਉਸ ਦੀ ਸਹੀ ਤਰੀਕੇ ਦੇ ਨਾਲ ਬਾਹਰ ਆਈ ਹੈ ਜੀ। ਰੂਸੋ ਅਨੁਸਾਰ ਨੈਤਿਕ ਵਿਕਾਸ ਸਿੱਖਿਆ ਦਾ ਇੱਕ ਹੋਰ ਉਦੇਸ਼ ਹੈ ਜੀ। ਸਭ ਤੋਂ ਵੱਡਾ ਉਦੇਸ਼ ਉਹਨਾਂ ਨੇ ਮੰਨਿਆ ਸਿੱਖਣ ਵਾਲੇ ਨੂੰ ਕਿਸੇ ਨਾ ਕਿਸੇ ਤਰੀਕੇ ਦੀ ਨੈਤਿਕ ਸਿੱਖਿਆ ਦੀ ਸਿਖਲਾਈ ਜ਼ਰੂਰ ਦੇਣੀ ਚਾਹੀਦੀ ਹੈ, ਕਿਉਂਕਿ ਜੇਕਰ ਉਸ ਦੇ ਵਿੱਚ ਨੈਤਿਕ ਸਿੱਖਿਆ ਨਹੀਂ ਹੋਵੇਗੀ ਤਾਂ ਉਹ ਇੱਕ ਅਲੱਗ ਪ੍ਰਵਿਰਤੀ ਦਾ ਬੱਚਾ ਬਣ ਜਾਏਗਾ। ਇਸ ਦੇ ਲਈ ਉਹਨਾਂ ਨੇ ਜਿਹੜੀ ਝੂਠ ਬੋਲਣਾ, ਲਾਲਚ ਕਰਨਾ, ਦੂਸਰਿਆਂ ਦੇ ਨਾਲ ਵੈਰ ਕਰਨਾ, ਇਸ ਦਾ ਉਹਨਾਂ ਨੇ ਗਲਤ ਕਿਹਾ ਜੀ। ਉਹਨਾਂ ਨੇ ਕਿਹਾ ਮਾਨਸਿਕ ਸੰਤੁਸ਼ਟੀ ਤੇ ਆਤਮਾ ਦੀ ਸ਼ਾਂਤੀ ਨੂੰ ਹੀ ਸਿੱਖਿਆ ਵਿੱਚ ਸ਼ਾਮਿਲ ਕਰਨਾ ਚਾਹੀਦਾ ਜੀ। ਜੇਕਰ ਕਹਿੰਦਾ ਹੈ ਤੁਹਾਡੀ ਆਤਮਾ, ਜੇਕਰ ਤੁਸੀਂ ਸਿੱਖਣ ਵਾਲੇ ਦੇ ਕੋਲ ਤੁਸੀਂ ਜਾ ਰਹੇ ਹੋ ਜਿੱਥੇ ਜਾ ਕੇ ਤੁਹਾਨੂੰ ਇਸ ਤਰੀਕੇ ਦਾ ਮਾਹੌਲ ਮਿਲੇ ਕਿ ਤੁਸੀਂ ਇਸ ਦੇ ਵਿੱਚ ਆਪਣੇ ਆਪ ਨੂੰ ਕੰਫਰਟੇਬਲ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਇੱਕ ਸਹਿਜ ਢੰਗ ਦੇ ਵਿੱਚ ਪੇਸ਼ ਕਰ ਰਹੇ ਹੋ ਜੀ। ਨੈਤਿਕ ਵਿਕਾਸ ਦੇ ਵਿੱਚ ਤੁਸੀਂ ਰੂਸੋ ਦੀ ਇੱਕ ਹੋਰ ਗੱਲ ਧਿਆਨ ਰੱਖਣੀ ਹੈ ਜੀ। ਉਹਨਾਂ ਨੇ ਕਿਹਾ ਅਸੀਂ ਉਸ ਦਾ ਸਰੀਰ, ਉਸ ਦੀਆਂ ਇੰਦਰੀਆਂ ਤੇ ਬੁੱਧੀ ਬਣਾਈ ਹੈ, ਇਹ ਉਸ ਨੂੰ ਇੱਕ ਦਿਲ ਪ੍ਰਦਾਨ ਕਰਦਾ ਹੈ ਜੀ। ਨੈਤਿਕ ਸਿੱਖਿਆ ਹੈ ਉਹ ਉਸ ਨੂੰ ਕੀ ਪ੍ਰਦਾਨ ਕਰਦਾ ਹੈ ਜੀ, ਇੱਕ ਦਿਲ ਪ੍ਰਦਾਨ ਕਰਦਾ ਹੈ। ਜੇਕਰ ਕਿਸੇ ਦੇ ਵਿੱਚ ਇਮੋਸ਼ਨਲ, ਜੇਕਰ ਉਸ ਦੇ ਵਿੱਚ ਨੈਤਿਕ ਗੁਣ ਨਹੀਂ ਹੈ ਤਾਂ ਬੱਚੇ ਦਾ ਪੂਰਨ ਵਿਕਾਸ ਨਹੀਂ ਮੰਨਿਆ ਜਾ ਸਕਦਾ। ਲਾਸਟ ਹੈ ਜੀ ਆਪਣਾ ਸ਼ਖਸੀਅਤ ਦਾ ਵਿਕਾਸ, ਡਿਵੈਲਪਮੈਂਟ ਆਫ ਪਰਸਨੈਲਿਟੀ। ਪਰਸਨੈਲਿਟੀ ਬਹੁਤ ਜ਼ਰੂਰੀ ਹੈ ਜੀ। ਪਰਸਨੈਲਿਟੀ ਦਾ ਮਤਲਬ ਬਾਹਰ ਵਾਲੀ ਤੇ ਅੰਦਰੂਨੀ, 2 ਤਰੀਕੇ ਦੀ ਪਰਸਨੈਲਿਟੀ ਹੈ ਜੀ। ਬਾਹਰ ਵਾਲੀ ਪਰਸਨੈਲਿਟੀ ਤੁਸੀਂ ਸੋਹਣੇ ਕੱਪੜੇ ਪਾ ਕੇ, ਸੋਹਣੇ ਤਰੀਕੇ ਦੇ ਨਾਲ ਰਹਿ ਕੇ ਉਹ ਬਣਾ ਸਕਦੇ ਹੋ ਜੀ, ਪਰ ਜਿਹੜੀ ਤੁਹਾਡੀ ਅੰਦਰ ਪਰਸਨੈਲਿਟੀ ਹੈ ਉਹ ਉਦੋਂ ਬਾਹਰ ਆਏਗੀ ਜੀ ਜਦੋਂ ਤੁਸੀਂ ਕਿਸੇ ਦੇ ਨਾਲ ਵਿਚਰਦੇ ਹੋ। ਤਾਂ ਰੂਸੋ ਨੇ ਬਾਹਰ ਵਾਲੀ ਪਰਸਨੈਲਿਟੀ ਦੀ ਗੱਲ ਨਹੀਂ ਕੀਤੀ ਜੀ, ਸ਼ਖਸੀਅਤ ਦਾ ਗੱਲ ਨਹੀਂ ਕੀਤੀ। ਉਹਨਾਂ ਨੇ ਕਿਹਾ ਬੱਚੇ ਦੇ ਵਿੱਚ ਅੰਦਰੂਨੀ ਸਵੈ ਅਨੁਭਵਸ਼ਾਲੀ, ਸਵੈ ਵਿਕਸਿਤ ਹੋਣੀ ਚਾਹੀਦੀ ਹੈ ਜੀ, ਬਣਾਉਟੀ ਨਹੀਂ ਹੋਣੀ ਚਾਹੀਦੀ, ਕਿਉਂਕਿ ਬਣਾਉਟੀ ਸਿੱਖਿਆ, ਬਣਾਉਟੀਪਨ ਦਾ ਉਹਨਾਂ ਨੇ ਵਿਰੋਧ ਕੀਤਾ ਹੈ ਜੀ। ਜੇਕਰ ਤੁਸੀਂ ਹਾਲੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ, ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਹੋਰ ਵੀਡੀਓ ਜਿਹੜੀਆਂ ਆਉਣ ਉਹਨਾਂ ਦੀਆਂ ਨੋਟੀਫਿਕੇਸ਼ਨ ਮਿਲਦੀਆਂ ਰਹਿਣ। ਤੁਸੀਂ ਵੀਡੀਓ ਨੂੰ ਇੱਥੇ ਤੱਕ ਦੇਖਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜਿਹੜੇ ਵੀ ETT ਦੇ ਸਟੂਡੈਂਟ ਨੇ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਕਰੋ ਤਾਂ ਜੋ ਜੀ ਉਹਨਾਂ ਦਾ ਵੀ ਫਾਇਦਾ ਹੋ ਸਕੇ। ਜੈ ਹਿੰਦ,
ਧੰਨਵਾਦ। ਤੁਹਾਡਾ ਦਿਨ ਸ਼ੁਭ ਹੋਵੇ ਜੀ।